मैं उस परमात्मा सावण कृपाल दे चरनां विच नमस्कार करदा हां जिन्हां ने साडी गरीब आत्मा ते रहम कीता, दया कीती और अपने जश करन दा मौका दिता है। महाराज सावण सिंह कहंदे हुंदे सीगे कि संत संसार दे विच वो प्रभु दे भेजे ही आउंदे है, ਉਹਦੇ ਹੁਕਮ ਦਾ ਹੀ ਪ੍ਰਚਾਰ ਕਰਦੇ ਹੈ, परमात्मा ਦੇ ਨਾਲ ਹੀ ਉਸ ਨੂੰ ਜੋੜਦੇ ਹੈ ਜੀਵਾਂ ਨੂੰ। ਹਰ ਸੰਤ ਜੋ ਵੀ ਸੰਸਾਰ ਵਿੱਚ ਆਇਆ ਹੈ, ਜੋ ਕਮਾਈ ਕਰਦੇ ਹੈ, ਉਹ ਸਾਨੂੰ ਨਾ ਤਾਂ ਖੁਦ ਪਖੰਡ ਕਰਦੇ ਹੈ, ਨਾ ਉਹ ਪਖੰਡ ਕਰਨ ਵਾਸਤੇ ਸਾਨੂੰ ਪ੍ਰੇਰਦੇ ਹੀ ਹਨ। ਪਖੰਡ ਕਿਸ ਚੀਜ਼ ਦਾ ਹੈ? ਜਿਸ ਜਿਹੜਾ ਗੁਣ ਸਾਡੇ ਅੰਦਰ ਨਾ ਹੋਵੇ ਅਸੀਂ ਉਸ ਦੀ ਬਾਹਰ ਨਮਾਇਸ਼ ਲਾਈਏ। ਗੁਰੂ ਗੋਬਿੰਦ ਸਿੰਘ ਨੇ ਵੀ ਕਿਹਾ, ਭੇਖ ਦਿਖਾਏ ਜਗਤ ਕੋ ਲੋਗਨ ਕੋ ਵਸਕੀਨ, ਅੰਤ ਕਾਲ ਕਾਟੀ ਕਟਿਓ ਵਾਸ ਨਰਕ ਮੋਲੀਨ। ਪਖੰਡੀ ਕਦੇ ਵੀ 84 ਤੋਂ ਬਚ ਨਹੀਂ ਸਕਦਾ, ਕਿਉਂਕਿ ਜਿਸ ਚੀਜ਼ ਦਾ ਆਪ ਦੇ ਵਿੱਚ ਗੁਣ ਨਹੀਂ ਉਹਦੀ ਨਮਾਇਸ਼ ਬਾਹਰ ਕਰਨੀ। ਗੁਰੂ ਨਾਨਕ ਕਹਿੰਦੇ ਨਾਨਕ ਤੇ ਨਰ ਅਸਲ ਖਰ, ਜੇ ਬਿਨ ਗੁਣ ਗਰਭ ਗ੍ਰੰਥ। ਅਸਲੀ ਗਧੇ ਹੀ ਉਹ ਹੈ ਕਿ ਜਿਨ੍ਹਾਂ ਦੇ ਅੰਦਰੋਂ ਗੁਣ ਨਹੀਂ, ਉਸ ਦੀ ਬਾਹਰ ਨਮਾਇਸ਼ ਕਰਦੇ ਹੈ। ਸਾਨੂੰ ਪਤਾ ਹੀ ਹੈ ਕਿ ਸੰਤ ਸੰਸਾਰ ਵਿੱਚ ਆਉਂਦੇ ਹੈ, ਅਗਰ ਕੋਈ ਮਹਾਤਮਾ ਸਾਡੇ ਅੰਦਰੋਂ 10-15 ਵਹਿਮ ਕੱਢਦਾ ਹੈ, ਅਸੀਂ 25-30 ਹੋਰ ਪਾ ਕੇ ਬੈਠ ਜਾਂਦੇ ਹਾਂ। ਸਭ ਸੰਤ ਕਹਿੰਦੇ ਆ ਕਿ ਉਹ ਪਰਮਾਤਮਾ ਸਾਡੇ ਸਰੀਰ ਦੇ ਅੰਦਰ ਹੈ, ਸਾਡੀ ਦੇਹ ਔਰ ਵਜੂਦ ਦੇ ਅੰਦਰ ਹੈ। ਪਰਮਾਤਮਾ ਨੇ ਕਿਸੇ ਨੂੰ ਲੇਬਲ ਲਾ ਕੇ ਸੰਸਾਰ ਵਿੱਚ ਨਹੀਂ ਭੇਜਿਆ ਵੀ ਤੁਸੀਂ ਹਿੰਦੂ ਹੋ ਜਾਂ ਸਿੱਖ ਹੈ ਜਾਂ ਈਸਾਈ ਹੈ ਜਾਂ ਮੁਸਲਮਾਨ ਹੈ ਜਾਂ ਅਮਰੀਕਾ ਦੇ ਰਹਿਣ ਵਾਲਿਆਂ ਦੇ ਲੇਬਲ ਲੱਗਦਾ ਹੈ ਜਾਂ ਹਿੰਦੁਸਤਾਨੀਆਂ ਦੇ ਨਹੀਂ ਲੱਗਦਾਗਾ। ਉਹਨੇ ਤਾਂ ਇਨਸਾਨ ਬਣਾਏ ਹੈ ਔਰ ਇਹ ਵੀ ਉਸਨੇ ਸਭ ਨੂੰ ਇਹੀ ਦੱਸਿਆ ਹੈ ਕਿ ਬਈ ਜਿਹਨੂੰ ਮਿਲੂੰਗਾ ਮੈਂ ਅੰਦਰੇ ਮਿਲੂੰਗਾ, ਅੱਗੇ ਵੀ ਕਿਸੇ ਦੀ ਜਾਤ ਪਾਤ ਨਹੀਂ ਪੁੱਛਣੀ। ਮਤਾ ਇਹ ਦਿਲ 'ਚ ਖਿਆਲ ਹੋਵੇ ਕਿ ਹਿੰਦੂ ਹੈ, ਇਸ ਨੂੰ ਹੀ ਅੱਗੇ ਪਰਮਾਤਮਾ ਦੀ ਜਗ੍ਹਾ ਮਿਲੇਗੀ, ਜਾਂ ਇਹ ਸਿੱਖ ਹੈ ਇਸ ਨੂੰ ਧੱਕੇ ਪੈਣਗੇ, ਜਾਂ ਮੁਸਲਮਾਨ ਵਾਸਤੇ ਹੀ ਜਗ੍ਹਾ ਹੈ। ਆਪ ਕਹਿਣ ਲੱਗੇ ਇਹ ਤੁਸੀਂ ਦਿਲ 'ਚੋਂ ਖਿਆਲ ਕੱਢ ਦਿਓ। ਕਬੀਰ ਸਾਹਿਬ ਕਹਿੰਦੇ ਹੈ, ਡੂਬੋਗੇ ਰੇ ਬਾਪਰੇ ਬਹੁ ਲੋਗਨ ਕੀ ਕਾਨ, ਤਬ ਕੁਲ ਕਿਸ ਕਾ ਲਾਜ ਸੀ ਜਬ ਚੱਕ ਧਰਿਓ ਮਸਾਨ। ਤੁਸੀਂ ਇੱਥੇ ਜਾਤਾਂ ਪਾਤਾਂ ਦੇ ਵਿੱਚ ਰਲ ਕੇ ਕਿਉਂ ਇੱਕ ਦੂਜੇ ਨਾਲ ਝਗੜਦੇ ਹੋ ਕਿ ਸਾਡੀ ਜਾਤ ਚੰਗੀ ਹੈ, ਉਹਨਾਂ ਦੀ ਠੀਕ ਨਹੀਂ ਗਈ। ਤੋ ਆਪ ਕਹਿਣ ਲੱਗੇ ਕਿਸੇ ਦੀਆਂ, ਕਬੀਰ ਸਾਹਿਬ ਕਹਿੰਦੇ ਆ, ਇੱਥੇ ਮਿੱਟੀ ਦੇ ਵਿੱਚ ਦੱਬੀਆਂ ਜਾਣੀਆਂ ਹੈ, ਕਿਸੇ ਦੀਆਂ ਅਗਨੀ ਦੇ ਵਿੱਚ ਸੜ ਜਾਣੀਆਂ ਹਨ। ਜਾਤ ਪਾਤ ਪੁੱਛੋ ਨਾ ਕੋ, ਹਰ ਕੋ ਭਜੇ ਸੋ ਹਰ ਕਾ ਹੋ। ਉੱਥੇ ਕੋਈ ਕਿਸੇ ਨੂੰ ਜਾਤ ਨਹੀਂ ਪੁੱਛਦਾ ਔਰ ਨਾ ਕੋਈ ਕਿਸੇ ਨੂੰ ਮਤਾ ਦਿਲ 'ਚ ਖਿਆਲ ਹੋਵੇ ਕਿ ਮੈਂ ਉੱਚੀ ਜਾਤ ਵਾਲਾ ਹੈ, ਮੈਨੂੰ ਹੀ ਪਰਮਾਤਮਾ ਦੇ ਮਿਲਣ ਦਾ ਫਖਰ ਹਾਸਲ ਹੈ। ਕੋਈ ਇਹ ਸਮਝੇ ਕਿ ਮੈਂ ਤਾਂ ਨੀਚੀ ਜਾਤ ਵਿੱਚ ਪੈਦਾ ਹੋ ਗਿਆ ਹਾਂ, ਮੈਂ ਪਰਮਾਤਮਾ ਨੂੰ ਨਹੀਂ ਮਿਲ ਸਕਦਾਗਾ। ਸੋ ਇਹ ਤਾਂ ਸਾਨੂੰ ਖਿਆਲ ਹੀ ਦਿਲ 'ਚੋਂ ਕੱਢ ਦੇਣਾ ਚਾਹੀਦਾ। ਹਰ ਕੋ ਭਜੇ ਸੋ ਹਰ ਕਾ ਹੋ। ਸਾਨੂੰ ਪਤਾ ਹੈ ਕਿ ਅਸਮਾਨ ਦੇ ਉੱਪਰੋਂ ਸੂਰਜ ਰੋਸ਼ਨੀ ਦਿੰਦਾ ਹੈ, ਕੀ ਉਹ ਗਰੀਬਾਂ ਨੂੰ ਨਹੀਂ ਦਿੰਦਾ, ਅਮੀਰਾਂ ਨੂੰ ਦਿੰਦਾ ਹੈ, ਜਾਂ ਅਮੀਰਾਂ ਨੂੰ ਹੀ ਰੋਸ਼ਨੀ ਦਿੰਦਾ ਹੈ, ਗਰੀਬਾਂ ਨੂੰ ਨਹੀਂ ਦਿੰਦਾਗਾ। ਜੋ ਸੂਰਜ ਇੱਕ ਹੈ, ਉਹਦੇ ਵਿੱਚੋਂ ਕਿਰਨਾਂ ਜਿਹੜੀਆਂ ਨਿਕਲਦੀਆਂ ਹਨ, ਜਦ ਕੋਈ ਸੂਰਜ ਦੀ ਜਾਤ ਨਹੀਂ ਗਈ ਤਾਂ ਕਿਰਨਾਂ ਦੀ ਕਾਸਦੀ ਹੈ। ਕਿਰਨ ਦੀ ਕੀ ਹੈ? ਉਹ ਪਰਮਾਤਮਾ ਇੱਕ ਸੂਰਜ ਦੀ ਤਰ੍ਹਾਂ ਹੈ ਔਰ ਆਤਮਾ ਸਾਡੀ ਉਸ ਦੀ ਇੱਕ ਕਿਰਨ ਹੈ। ਜਦ ਕੋਈ ਪਰਮਾਤਮਾ ਦੀ ਜਾਤ ਨਹੀਂ ਗਈ ਤਾਂ ਸਾਡੀ ਆਤਮਾ ਦੀ ਕੀ ਜਾਤ ਹੋ ਸਕਦੀ ਹੈ? ਸੋ ਸੰਤ ਮਹਾਤਮਾ ਸਾਨੂੰ ਪਿਆਰ ਨਾਲ ਦੱਸਦੇ ਹੈ ਕਿ ਬਈ ਪਿਆਰਿਓ, ਤੁਸੀਂ ਇਹਨਾਂ ਜਾਤਾਂ ਪਾਤਾਂ ਦੇ ਝੰਜੜ ਦੇ ਵਿੱਚੋਂ ਉੱਪਰ ਉੱਠ ਕੇ ਇਨਸਾਨ ਦਾ ਜਾਮਾ ਇੱਕ ਪਰਮਾਤਮਾ ਨੇ ਬਹੁਤ ਜਦੋਂ ਪੁੰਨ ਜਮ੍ਹਾਂ ਹੋ ਜਾਂਦੇ ਹੈ ਉਦੋਂ ਉਹ ਦਿੰਦਾ ਹੈ। ਇਹ ਇੱਕ ਮੌਕਾ ਦਿੰਦਾ ਹੈ ਕਿ ਬਈ ਜੇ ਤੁਸੀਂ ਇਸ ਦੇ ਵਿੱਚ ਉਹ ਪਰਮਾਤਮਾ ਦੀ ਭਗਤੀ ਕਰਕੇ ਮੈਨੂੰ ਮਿਲ ਲਓਗੇ ਤੇ ਤੁਹਾਡਾ ਇਨਸਾਨ ਦੇ ਜਾਮੇ ਵਿੱਚ ਆਉਣਾ ਮੁਬਾਰਕ ਹੈ, ਸਫਲ ਹੈ। ਜੇ ਇੱਕ ਵਾਰੀ ਇਨਸਾਨ ਦਾ ਜਾਮਾ ਹੱਥ 'ਚੋਂ ਨਿਕਲ ਗਿਆ, ਪਤਾ ਨਹੀਂ ਕਿੱਥੇ ਜਾ ਕੇ ਜਨਮ ਹੋ ਜਾਏਗਾ। ਭੁੱਲੇ ਭਟਕੇ ਅਸੀਂ ਪਰਮਾਤਮਾ ਦੀ ਤਰਫ ਨਾ ਆ ਸਕੀਏ।
ਗੁਰੂ ਸਾਹਿਬ ਪਿਆਰ ਨਾਲ ਕਹਿੰਦੇ ਐ, 184 ਜੋਨ ਸਵਾਈ ਮਾਨਸ ਕੋ ਪ੍ਰਭ ਦੀ ਵਡਿਆਈ। ਇਸ ਪੌੜੀ ਤੇ ਜੋ ਨਰ ਚੂਕੇ ਸੋ ਆਏ ਜਾਏ ਦੁਖ ਪਾਏਂਦਾ। 184 ਜੀਆ ਜੂਨ ਦੇ ਵਿੱਚੋਂ ਵਡਿਆਈ ਸਿਰਫ ਇਨਸਾਨ ਦੇ ਜਾਮੇ ਨੂੰ ਹੈ। ਔਰ ਇਹ ਆਖਰੀ ਸੀढ़ी ਦਾ ਸਟੈਪ ਹੈ। ਅਗਰ ਅਸੀਂ ਚੱਕਾਂਗੇ ਤਾਂ ਕੋਠੇ ਦੀ ਛੱਤ ਤੇ ਚੜ ਜਾਵਾਂਗੇ, ਅਗਰ ਪੈਰ ਫਿਸਲ ਜਾਂਦਾ ਤਾਂ ਥੱਲੇ ਗਿਰ ਜਾਵਾਂਗੇ। ਇਸ ਜਾਮੇ ਦੇ ਵਿੱਚ ਬੈਠ ਕੇ ਅਗਰ ਅਸੀਂ ਪਰਮਾਤਮਾ ਦੀ ਭਗਤੀ ਕਰਾਂਗੇ ਤਾਂ ਪਰਮਾਤਮਾ ਨੂੰ ਨਾਲ ਮਿਲਾਪ ਕਰ ਲਾਂਗੇ। ਅਗਰ ਅਸੀਂ ਇਹਦੇ ਵਿੱਚ ਆਪਣੀ ਜ਼ਿੰਮੇਵਾਰੀ ਤੋਂ ਦੂਰ ਜਾਂਦੇ ਹਾਂ, ਭੈੜੇ ਖੋਟੇ ਕਰਮ ਕਰਦੇ ਹਾਂ, ਤਾਂ ਫਿਰ ਅਸੀਂ 84 ਵਿੱਚ ਨੀਚੇ ਗਿਰ ਜਾਵਾਂਗੇ। ਸੋ ਇਸ ਵਾਸਤੇ ਸੰਤ ਮਹਾਤਮਾ ਸਾਨੂੰ ਪਿਆਰ ਨਾਲ ਦੱਸਦੇ ਹੈ ਕਿ ਅੱਗੇ ਕੋਈ ਜਾਤ ਪਾਤ ਨਹੀਂ ਪੁੱਛਦਾਗਾ, ਔਰ ਨਾ ਕੋਈ ਸੰਤ ਮਹਾਤਮਾ ਸਾਨੂੰ ਅੰਧ ਵਿਸ਼ਵਾਸ ਦੇਣ ਵਾਸਤੇ ਆਉਂਦਾ ਹੈ। ਇੱਕ ਦਫਾ ਦੀ ਗੱਲ ਹੈ, ਮਹਾਰਾਜ ਕਿਰਪਾਲ ਮੇਰੇ ਪਿਛਲੇ ਪਿੰਡ ਬੈਠੇ ਸਨ। ਉੱਥੇ ਕੋਈ ਭੇਡਾਂ ਦਾ ਏਜੜ ਜਾ ਰਿਹਾ ਸੀਗਾ। ਉਹ ਹਰ ਇੱਕ ਭੇਡਾਂ ਅਸੀਂ ਤੁਰਦੀਆਂ ਦੇਖਦੇ ਹੀ ਹਾਂ, ਇੱਕ ਦੂਸਰੀ ਦੇ ਉਹਨਾਂ ਦਾ ਲੱਤਾਂ ਦੇ ਵਿੱਚ ਸਿਰ ਦਿੱਤਾ ਹੋਇਆ ਸੀਗਾ। ਤੁਰੀਆਂ ਜਾਂਦੀਆਂ ਸੀ, ਨਾ ਇੱਧਰ ਦੇਖਣਾ ਨਾ ਇੱਧਰ ਦੇਖਣਾ ਹੈ। ਮਹਾਰਾਜ ਹੱਸ ਕੇ ਕਹਿਣ ਲੱਗੇ ਕਿ ਦੁਨੀਆ ਦੀ ਆਹ ਚਾਲ ਹੈ। ਸੰਤ ਸਾਡੇ ਵਿੱਚੋਂ ਭਰਮ ਕੱਢਦੇ ਹੈ, ਵਹਿਮ ਕੱਢਦੇ ਹੈ। ਸਾਡੀ ਫੇਰ ਆਹ ਚਾਲ ਹੈ, ਅਸੀਂ ਦੁਨੀਆ ਦੀ ਚਾਲ ਨੂੰ ਛੱਡ ਕੇ ਖੁਸ਼ ਨਹੀਂ ਗਏ। ਤੁਹਾਡੇ ਅੱਗੇ ਚਰਨਦਾਸ ਜੀ ਮਹਾਤਮਾ ਦੀ ਬਾਣੀ ਰੱਖੀ ਜਾਂਦੀ ਹੈ। ਚਰਨਦਾਸ ਜੀ ਅਲਵਰ ਦੇ ਅੰਦਰ ਹੋਏ ਹੈ, 17ਵੀਂ ਸਦੀ ਦੇ ਅੰਦਰ। ਬੜੇ ਅੱਛੇ ਕਮਾਈ ਵਾਲੇ ਮਹਾਤਮਾ ਸਨ। ਮੈਨੂੰ ਕਈ ਦਿਨ ਹੋ ਗਏ, ਕਦੇ ਮੈਂ ਗੁਰੂ ਨਾਨਕ ਦੀ ਬਾਣੀ ਦਾ ਸ਼ਬਦ ਲੈਣਾ, ਕਦੇ ਕਬੀਰ ਸਾਹਿਬ ਦੀ ਦਾ। ਸਾਡਾ ਮਤਲਬ ਇਹਨਾਂ ਮਹਾਤਮਾ ਦੀ ਕਈਆਂ ਦੀ ਬਾਣੀ ਲੈਣ ਦਾ ਇਹੀ ਹੁੰਦਾ ਹੈ ਕਿ ਹਰ ਮਹਾਤਮਾ ਦਾ ਇੱਕੋ ਹੀ ਉਪਦੇਸ਼ ਹੁੰਦਾ ਹੈ ਕਿ ਉਹ ਪਰਮਾਤਮਾ ਅੰਦਰ ਹੈ, ਉਹ ਸਭ ਦਾ ਇੱਕ ਹੈ। ਉਹਦੇ ਮਿਲਣ ਦਾ ਜੋ ਸਾਧਨ ਔਰ ਤਰੀਕਾ ਹੈ ਉਹ ਵੀ ਇੱਕੋ ਹੀ ਹੈ। ਮੈਂ ਕੱਲ ਗੁਰੂ ਨਾਨਕ ਦਾ ਸ਼ਬਦ ਦੱਸਿਆ ਸੀ ਕਿ ਜਦ ਉਹਨਾਂ ਦੇ ਅੱਗੇ ਬੇਨਤੀ ਕੀਤੀ ਗਈ ਕਿ ਮਹਾਰਾਜ ਜੀ ਸੱਚਾ ਸੰਤ ਕੌਣ ਹੈ, ਕੀ ਉਹ ਪੜ੍ਹਿਆ ਲਿਖਿਆ ਹੈ, ਕੀ ਉਹ ਖਾਸ ਕਿਸਮ ਦੇ ਕੱਪੜੇ ਰੱਖਦਾ ਹੈ, ਤਾਂ ਗੁਰੂ ਨਾਨਕ ਨੇ ਬੜੇ ਪਿਆਰ ਨਾਲ ਦੱਸਿਆ ਸੀ, ਨਹੀਂ ਬਈ ਉਹ ਪਰਮਾਤਮਾ ਜੋ ਸਾਡੀ ਆਤਮਾ ਹੈ ਉਸ ਪਰਮਾਤਮਾ ਦੀ ਅੰਸ਼ ਹੈ। ਇਹ ਸੱਚਖੰਡ ਦੇ ਰਹਿਣ ਵਾਲੀ ਹੈ। ਉਸ ਤੋਂ ਵਿਛੜ ਕੇ ਮਨ ਮਾਇਆ ਦੇ ਦੇਸ਼ ਵਿੱਚ ਆ ਗਈ ਹੈ। ਤਾਂ ਪਰਮਾਤਮਾ ਦੇ ਮਿਲਣ ਦਾ ਜੋ ਰਸਤਾ ਹੈ ਉਹ ਸਾਡੇ ਜਿਸਮ ਦੇ ਅੰਦਰ ਹੈ। ਆਪ ਕਹਿੰਦੇ ਘਰ ਮੇ ਘਰ ਦਿਖਾਏ ਦੇ ਸੋ ਸਤਿਗੁਰ ਪੁਰਖ ਸੋ ਜਾਣ। ਜੋ ਮਹਾਤਮਾ ਸਾਨੂੰ ਇਸ ਘਰ ਦੇ ਅੰਦਰੋਂ ਉਹ ਪਰਮਾਤਮਾ ਦਾ ਘਰ ਜਿੱਥੋਂ ਕਿ ਸਾਡੀ ਆਤਮਾ ਹੈ ਉਸ ਰਸਤੇ ਤੇ ਪਾ ਦੇਵੇ, ਉਸ ਦੇ ਨਾਲ ਜੋੜ ਦੇਵੇ। ਉਹਨੂੰ ਤੁਸੀਂ ਸੰਤ ਕਹਿ ਲਓ, ਉਹਨੂੰ ਗੁਰੂ ਕਹਿ ਲਓ, ਚਾਹੇ ਜੋ ਮਾਪਿਆਂ ਨੇ ਨਾਮ ਰੱਖਿਆ ਹੈ ਉਹਦਾ ਉਹ ਲੈ ਲਓ, ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾਗਾ। ਸੋ ਇਸ ਵਾਸਤੇ ਆ ਪਿਆਰ ਦੇ ਨਾਲ ਕਹਿੰਦੇ ਹੈ ਕਿ ਉਹ ਭਾਈ ਸੰਤ ਹੈ। ਉਹ ਨਾ ਖਾਸ ਕਿਸਮ ਦੇ ਕੱਪੜੇ ਰੱਖਦਾ ਹੈ, ਉਹਨਾਂ ਦਾ ਖਾਸ ਇੱਕ ਮਿਸ਼ਨ ਹੁੰਦਾ ਹੈ। ਕੀ ਹੁੰਦਾ ਹੈ ਕਿ ਜਦ ਵੀ ਉਹ ਸੰਸਾਰ ਦੇ ਅੰਦਰ ਆਉਂਦੇ ਹੈ ਉਹ ਸਾਨੂੰ ਪਿਆਰ ਨਾਲ ਕਹਿੰਦੇ ਹੈ ਕਿ ਵੀ ਦੇਖੋ ਪਿਆਰਿਓ, ਆਪਣਾ ਜੋ ਪੇਟ ਪਾਲਣਾ ਹੈ ਉਹ ਦਸਾਂ ਨਹੁੰਆਂ ਦੀ ਕਿਰਤ ਕਰਕੇ ਪਾਲੋ। ਜੈਸਾ ਖਾਏ ਅੰਨ ਵੈਸਾ ਹੋਏ ਮਨ। ਅਗਰ ਅਸੀਂ ਅੱਛਾ ਅੰਨ ਕਮਾ ਕੇ ਆਪਣੀ ਦਸਾਂ ਨਹੁੰਆਂ ਦੀ ਕਿਰਤ ਦਾ ਖਾਵਾਂਗੇ ਉਹਦਾ ਸਾਡੇ ਉੱਤੇ ਬੜਾ ਅੱਛਾ ਅਸਰ ਹੋਏਗਾ। ਉਹ ਖੁਦ ਵੀ ਇੱਕ ਨਮੂਨੇ ਦੀ ਜ਼ਿੰਦਗੀ ਬਤੀਤ ਕਰਦੇ ਹੈ। ਕਿਸੇ ਮਹਾਤਮਾ ਦੀ ਬਾਣੀ ਪੜ੍ਹੋ, ਗੁਰੂ ਨਾਨਕ ਨੇ ਕਿਹਾ ਸੀ, ਨਾ ਬਈ ਗੁਰੂ ਪੀਰ ਸਦਾਏ ਮੰਗਣ ਜਾਏ ਤਾਂ ਕਿ ਮੂਲਾ ਲੱਗੀ ਪਾਏ। ਆਪ ਕਹਿਣ ਲੱਗੇ ਗੁਰੂ ਪੀਰ ਸਦਾ ਕੇ ਫੇਰ ਸਿੱਖਾਂ ਸੇਵਕਾਂ ਦੇ ਉੱਤੇ ਉਹ ਪੜਦਾ ਹੈ, ਆਸ ਰੱਖਦਾ ਹੈ। ਕਹਿੰਦੇ ਐਸੇ ਦੇ ਤਾਂ ਪੈਰਾਂ ਤੇ ਮੱਥਾ ਵੀ ਨਹੀਂ ਟੇਕਣਾ। तो आप कहने लगे कैसा महात्मा, काल खाए कुछ हथों दे नान करा पछाणे से। जो खुद दसा नहुं दी किरत करके आप लंगर दे विच पाउंदा है, ऐसे नूं परमात्मा बूहा खोलदा है। सो इस वास्ते सब तो पहला वो सानू दसदे है कि बई जे बुरा अन्न खाओगे तो वह बुरा असर होएगा। महाराज सावन सिंह एक कहानी सुणाउंदे हुंदे सीगे। कोई माता बड़ी कमाई वाली सी और वो आपदा कतना कत के गुजर करदी सी। सामने उहदे वेसवा दा घर सीगा। जदों वेसवा ने आपदा लंप जगाउणा, उसने फौरन आपदा लंप बजा देना
कि मैनू की जरूरत है हुण तेनू खर्च करन दी। ਉਹਦੇ प्रकाश के अंदर उसने अपना सूत्र कतना। हौली हौली उसके भजन के उत्ते असर पै गया, क्योंकि धुंधलापन आ गया, आत्मा का शीशा जिहड़ा सीगा वो काला हो गया। उन्हें महात्मा को बेनती की है कि जी मेरा भजन पहला तो मैं काफ़ी चढ़ाई सी उपर, मैं अंदरले मंडलों ते जाती सी, हुण मैं जा नहीं रही। उन्होंने बथेरा कहा तू घर विच कोई चिंता करदी होएगी या इस तरह कोई थोड़े घर च नुकसान होएगा। वो माता कहती नहीं, वो कहते अच्छा असी तेरे घरे अज विश्राम करते हैं। महात्मा उहदे घर अंदर रहे। जो शाम हुई तो पहला तो माता ने आपदा लंप लाया रोज की तरह। जब वेसवा का लंप जगया उन्हें फौरन अपने लंप के उपर बुझा दिता, फूक ला दी और ओदे प्रकाश विचों कतन लगी। महात्मा उन्होंने कहन लगे देख भी बेटा, तू आपदी कमाई दे अंदर, अच्छी कमाई दे अंदर तू नुक्स पा रही है, तो अपने प्रकाश दे विच सूत्र कत। हुण तुसी देख सकते हो जब इन्ना इन्ना भी भजन ते असर हो सकता है। फिर मैं दसदा हुन्ना निजामुद्दीन औलिया दी, जद वो शुरू शुरू दे विच जिमींदारा करते हुंदे सीगे, वो अपना जिहड़े बलद हुंदे सीगे उन्हां दे छिकला पा के लिआंदे हुंदे सीगे भी मता मेरी किसी दी फसल ही खा लैण। मौलवी लोग जुमे दियां रोटियां मंग लिआउंदे है, वो हफ्ता सका लेंदे है। एक दिन इसे तरह रोटियां मसीते पाइयां पईयां सीगियां और ओह बलद जादे सीगे, उदों छिकले देने भुल गया। उन्हां दियां रोटियां नूं उहने दो चार बुरक ला ले और पिछे आउंदा सी तो मौलवी जिहड़ा सीगा वो निजामुद्दीन औलिया नूं बुरा भला बोलण लग्या। वो चुप रहा। अखीर उसने बांह पकड़ के झंजोलिया, वो रोन लग पिया। वो कहन लग्या भी तेरे बलद मेरे रोटियां नूं खांदे है, तू रोना है। वो कहंदा देख अज तक इन्हां ने मेरा 10 नहुं दी किरत दा चारा खादा है, इन्हां ने तन तोड़ के काम कीता है और मैं हुण तक भजन करदा रहा है। मेरी कमाई विच बड़ी बरकत सीगी, अज इन्हां ने हराम दीयां रोटियां खादियां हन। क्यों जिहड़ियां तू मंग के लिआया है इहदे विच तेरा की है बई। तो कहन लग्या ये रोटियां खाणगे, ये तन तोड़ के काम नहीं करनगे, मैं इन्हां दी कमाई खाऊंगा, मेरे भजन ते असर होएगा। उस तो बाद संत कहते हैं कि देखो बई वह सत्संग इसे चीज की दवाई है। थोड़े अगे महात्मा चरणदास की बाणी रखी जाती है। तो क्योंकि आम तौर के उत्ते मैनू बहुत सारे मिलते हैं जिहड़े कि मेरा टाइम इन्हां गल्लां दे विच ही बर्बाद करते हैं। कोई कहंदा जी मैनू किसी ने कुछ करा दिता, कोई कहंदा जी साडी देवी गुस्से हो गई, कोई कहंदा जंड वाला गुस्से हो गया। क्योंकि सानू पता है कि अजकल हथियार बदल गए, किन्ने किन्ने लोगों ने आउण जाण दे साधन बदल गए है। जिहड़ा असीं महीनिਆਂ दे विच सफर करते सी वो घंटिਆਂ 'ਚ कर लेने हैं। दुनिया चंद्रमा ते पहुंच गई है, किन्नी किन्नी साइंस दे विच तरक्की की है, लेकिन जिहड़े साडे दिल दिमाग है और वो साडे उत्थे ही खड़े है। मामूली गल है, साडे पिंडां दे अंदर अगर अग्नि जालते हैं ਉਹਦੇ ਵਿੱਚ ਉਹਨੇ लकड़ी ने चिर चिर करी, अगर गिल्ली है तो उन्हें करना ही है। तो बुढ़ियां कहणगियां कोई निंदा करता है। हुण तुसीं देखो जिहड़े एडे वह बड़े है ये किस तरह निकलणगे। सो चरणदास की बाणी गौर नाल सुनने वाली है। शब्द तो मैं गुरु नानक दा लिया सीगा, पर दिल दे विच अज मैनूं ज्यादा इसे किस्म दे मिले, तो मैं इस वास्ते तुहानूं सुणाउणा है।
जी। कर्म परम का निषेध शब्द 8वां। राग गौरी चरणदास जी की बाणी भाग पहला पन्ना 50। सब जग परम भुलाना ऐसे, सब जग परम भुलाना ऐसे, ऊंट की पूंछ से ऊंट बंध्यो ज्यों, पेड़ चाल है जैसे। ਹੁਣ ਆ ਪਿਆਰ ਨਾਲ ਕਹਿੰਦੇ ਆ ਕਿਸ ਦਾ ਨਾਮ ਲਈਏ, ਕਿਹਦਾ ਨਾਮ ਲਈਏ। ਕਹਿੰਦੇ ਸਾਰਾ ਜੱਗ ਹੀ ਭਰਮ ਦੇ ਵਿੱਚ ਭੁੱਲਿਆ ਬੈਠਾ ਹੈ। ਜਿਸ ਤਰ੍ਹਾਂ ਊਂਠ ਦੀ ਪੂਛ ਨਾਲ ਇੱਕ ਊਂਠ ਬੰਨ੍ਹ ਦਈਏ, ਬੇਸ਼ੱਕ ਅਗਲਾ ਖੱਡ 'ਚ ਡਿੱਗਦਾ ਹੈ, ਉਹ ਪਿੱਛੇ ਉਹਦੇ ਪਿੱਛਾ ਨਹੀਂ ਛੱਡਦੇ ਗਏ। ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਸੀ, ਭੇਡਾਂ ਦੇ ਵਾੜੇ ਨੂੰ ਅੱਗ ਲੱਗ ਗਈ, ਗਾਂਵ ਵਾਲੇ ਲੋਕਾਂ ਨੇ ਤਰਸ ਕੀਤਾ ਉਹਨਾਂ ਨੂੰ ਛਡਾਉਣ ਵਾਸਤੇ, ਲੇਕਿਨ ਉਹ ਸੁਸਾਇਟੀ ਨਹੀਂ ਛੱਡਦੀਆਂ, ਉਸੇ ਪਾਸੇ ਜਾ ਕੇ ਸੜ ਜਾਂਦੀਆਂ ਹਨ। ਹੁਣ ਜੇ ਕਿਸੇ ਨੂੰ ਕਹੀਏ ਕਿ ਇਹ ਜਿਹੜੀ ਤੁਸੀਂ ਮੈਂ ਦੇਖੇ ਹੈ, ਖਾਸ ਮੈਂ ਪੰਜਾਬ ਦੇ ਵਿੱਚ ਪਿੰਡ ਗੁਰੂਸਰ ਦੇ ਪਾਸ ਦੇ ਅਸੀਂ ਲੰਘਣ ਲੱਗੇ ਤੇ ਉਸ ਪਿੰਡ ਦੇ ਬਾਹਰ ਕਾਫੀ ਰਕਬੇ ਦੇ ਵਿੱਚ ਮਟੀਆਂ ਹੀ ਮਟੀਆਂ ਬਣਾਈਆਂ ਹੋਈਆਂ। ਤਾਂ ਮੈਨੂੰ ਮੇਰੇ ਨਾਲ ਨਿਰਮਲ ਸੀ, ਮੈਂ ਉਸਨੂੰ ਕਿਹਾ ਵੀ ਆਹ ਮਾਲਵੇ ਦਾ ਪਿੰਡ ਹੈ। ਕਹਿੰਦਾ ਤੈਂ ਕਿਵੇਂ ਪਤਾ ਕੀਤਾ? ਮੈਂ ਕਿਹਾ ਮੈਂ ਜਾਂਦਾ ਤਾਂ ਤੇਰੇ ਨਾਲ ਹੀ ਆ, ਪਰ ਆਮ ਤੌਰ ਤੇ ਤੂੰ ਦੇਖੇਗਾ ਇਹਨਾਂ ਦੇ ਖੇਤਾਂ ਦੇ ਵਿੱਚ ਦਰਖਤਾਂ ਦੇ ਹੇਠ, ਬੇਰੀ ਹੇਠ, ਜੰਡ ਹੇਠ ਮਟੀਆਂ ਬਣਾਈਆਂ ਹੁੰਦੀਆਂ। ਹੁਣ ਤੁਸੀਂ ਸੋਚ ਕੇ ਦੇਖ ਲਓ, ਆਪ ਬਣਾਉਨੇ ਆ, ਆਪ ਹੀ ਉਸ ਦੇ ਅੱਗੇ ਮੱਥੇ ਘਸਾਉਨੇ ਆ। ਐਸੀ ਇੱਕ ਮਟੀ ਦੀ ਮੈਂ ਮਿਸਾਲ ਕਈ ਵਾਰੀ ਮਹਾਰਾਜ ਸਾਵਣ ਸਿੰਘ ਦੱਸਦੇ ਹੁੰਦੇ ਸੀਗੇ। ਉਹਨਾਂ ਦੇ ਨਾਨਕਿਆਂ ਦੇ ਪਿੰਡ ਅੰਦਰ ਇੱਕ ਜੱਟ ਦੇ ਖੇਤ ਵਿੱਚ ਮਾਤਾ ਰਾਣੀ ਦਾ ਥੜਾ ਸੀਗਾ। ਹੁਣ ਜ਼ਮੀਨਾਂ ਦੁਆਬੇ ਦੇ ਅੰਦਰ ਛੋਟੀਆਂ ਥੋੜੀਆਂ ਹੈ, ਉਹ ਥੋੜੀ ਜਿਹੀ ਜਾਇਦਾਦ ਸੀ ਉਹਦੇ ਕੋਲੇ। ਉਹ ਲੋਕ ਜਾਣ ਉਹਦੇ ਵਿਚਾਰੇ ਦੀ ਹਫ਼ਤੇ ਤੋਂ ਮਿੱਧਿਆ ਕਰਨ। ਜੇ ਕਿਸੇ ਨੂੰ ਕਵੇ ਹਰੇਕ ਅੱਗੋਂ ਡਰਾਵੇ, ਤੇਰੀ ਦੇਵੀ ਮਾਤਾ ਜੜ੍ਹਾਂ ਪਟੇਗੀ, ਤੂੰ ਸਾਨੂੰ ਹਟਾਉਣਾ ਹੈ। ਇੱਕ ਦਿਨ ਉਹਨੇ ਮਿਸਤਰੀ ਦੇ ਨਾਲ ਸਲਾਹ ਕੀਤੀ, ਕਹਿੰਦਾ ਭਰਾਵਾ ਮੇਰੀ ਖੇਤੀ ਬਚਾ, ਕਿਵੇਂ ਨਾ ਕਿਵੇਂ ਮੇਰੇ ਤੇ ਉਪਕਾਰ ਕਰ। ਉੱਥੇ ਇੱਕ ਸ਼ਹੀਦਾਂ ਵਾਲਾ ਛੱਪੜ ਸੀਗਾ, ਉਹਨਾਂ ਨੇ ਰਾਤ ਨੂੰ ਉਹ ਗੱਡੀ ਦੇ ਉੱਪਰ ਮਟੀ ਅਖੇੜ ਕੇ ਰੱਖ ਕੇ ਤੇ ਸ਼ਹੀਦਾਂ ਵਾਲੇ 'ਚ ਰੱਖਿਆ ਏ। ਸੁਬਾਹ ਉਹ ਜੱਟ ਦੀ ਦੋਹਰ ਦੀ ਬੁੱਕਲ ਮਾਰੀ ਔਰ ਕਹਿਣ ਲੱਗਾ ਵੀ ਰਾਤ ਦੇਖਿਆ, ਬੜੇ ਅਸਤਬਾਜੀ ਚੱਲਦੀ ਸੀ, ਛੜਕਾ ਹੋਇਆ, ਢੋਲ ਢਮੱਕਾ ਵੱਜਦਾ ਸੀ। ਉਹ ਕਹਿੰਦੇ ਵੀ ਅਸੀਂ ਤਾਂ ਦੇਖਿਆ ਨਹੀਂ। ਇਤਨੇ ਨੂੰ ਮਿਸਤਰੀ ਆ ਗਿਆ ਜਿਨ੍ਹਾਂ ਨੇ ਦੋਨੇ ਰਲ ਕੇ ਕੰਮ ਕੀਤਾ ਸੀਗਾ। ਅਗੇ ਕਿਉਂ ਬਈ? ਉਹ ਕਹਿੰਦਾ ਕੋਈ ਰਾਤ ਵੀ ਸੌਣ ਵਾਲੀ ਸੀਗੀ, ਤੋ ਰਾਤ ਤਾਂ ਬੜਾ ਕੁਝ ਹੋ ਰਿਹਾ ਸੀਗਾ। ਤੋ ਅਸਤਬਾਜੀ ਬੜੀ ਚੱਲੀ, ਪਰ ਉਹ ਜਿਹੜੀ ਦੇਵੀ ਸੀ ਨਾ, ਉਹ ਮਾਤਾ ਰਾਣੀ, ਉਹ ਬੜੀ ਰੋਂਦੀ ਸੀ। ਤੋ ਸ਼ਹੀਦ ਉਹਨੂੰ ਰੋਂਦੀ ਕਰਲੰਦੀ ਨੂੰ ਲੈ ਗਏ। ਹੁਣ ਅਸੀਂ ਲੋਕ ਦਿਮਾਗ ਨੂੰ ਤਾਂ ਹਿਲਾਉਂਦੇ ਨਹੀਂ ਵੀ ਉਹ ਇੱਟਾਂ ਕਿਵੇਂ ਲੈ ਗਏ। ਸਾਰੇ ਗਏ ਉੱਥੇ, ਗੱਡੀ ਦੀਆਂ ਲੀਖਾਂ ਦੇਖੀਆਂ ਵੀ ਵਾਕਿਆ ਲੈ ਗਏ। ਜਦੋਂ ਸ਼ਹੀਦਾਂ ਵਾਲੇ 'ਚ ਗਏ ਤੇ ਉੱਥੇ ਉਹ ਥੜਾ ਪਿਆ ਹੀ ਸੀਗਾ। ਤਾਂ ਮਹਾਰਾਜ ਕਹਿੰਦੇ ਨੇ ਵੀ ਜੱਟ ਨੇ ਜੁਗਤੀ ਦੇ ਨਾਲ ਆਪਦਾ ਖੇਤ ਬਚਾ ਲਿਆ। ਮੇਰੇ ਪਿਛਲੇ ਪਿੰਡ ਦੇ ਵਿੱਚ ਮੈਂ ਕਈ ਵਾਰੀ ਦੱਸਦਾ ਹੁੰਦਾ ਹੈ, 2 DSP मेरे पास आए तो वो बैठे देखी जाते सी। उस दिन एक जंड है उत्थे खेत दे नाल ही, वो जंड नूं पूजदे हुंदे, तेल चढ़ाउंदे हुंदे। वो सारा कुछ देखी गए। मालवे दीयां बुढ़ियां आईयां, उन्हां दा खूब खुले गरारे पाए हुए, घगरे पाए हुए और बड़े बड़े झुंड कढ़े हुए। थानू पता है जब बुढ़ियां घरों तुरदियां नाल कुत्ता भी जाता है,
ਉਹਨਾਂ ਨੇ ਸੰਦੂਰ ਲਾਉਣਾ, ਤੇਲ ਢਾਲਣਾ, ਉਹਨਾਂ ਨੇ ਥੋੜਾ ਜਿਹਾ ਇੱਧਰ ਹੋਣਾ ਤੇ ਕੁੱਤੇ ਨੇ ਉੱਤੇ ਪਿਸ਼ਾਬ ਕਰ ਦੇਣਾ। ਮੈਨੂੰ ਉਹ ਸਾਹ ਪੁੱਛਣ ਲੱਗੇ ਕਿ ਮੈਂ ਕਿ ਅੰਧ ਵਿਸ਼ਵਾਸ ਹੈ, ਹੋਰ ਕੁਛ ਨਹੀਂ, ਅੰਧ ਵਿਸ਼ਵਾਸ ਹੈ। ਇਸੇ ਤਰ੍ਹਾਂ ਮੇਰੇ ਪਾਸ ਇੱਥੇ ਭਗਤ ਰਹਿੰਦਾ ਹੁੰਦਾ ਸੀਗਾ, ਮੈਂ ਉਹਦੇ ਘਰੇ ਗਿਆ, ਕੋਈ ਮਾਲਕ ਦੀ ਮੌਜ ਸੀ, ਉਹਦੇ ਘਰੇ 8-10 ਥਾਨ ਬਣਾਏ ਹੋਏ। ਮੇਰੇ ਬੈਠੇ ਬੈਠੇ ਦਿਲ 'ਚ ਖਿਆਲ ਆਇਆ, ਮੈਂ ਆਖਿਆ ਬਈ ਹੁਣ ਆਏ ਹੈ, ਇਹਨੇ ਮੇਰੀ ਕਈ ਸਾਲ ਸੇਵਾ ਕਰੀ ਹੈ, ਮੈਂ ਉਹਨੂੰ ਕਿਹਾ ਵੀ ਤੂੰ ਹਿੰਮਤ ਕਰ, ਜਿੰਨੇ ਵੀ ਹੈਗੇ ਸਾਰਿਆਂ ਦੇ ਔਖਾ ਤਾਂ ਹੋਏਗਾ, ਬਾਹਰ ਸਿੱਟਿਆ। ਉਹਨਾਂ ਦਾ ਬੁੜਾ ਮੈਨੂੰ ਕਹਿਣ ਲੱਗਾ ਜੀ ਭਲਾ ਤੁਹਾਡੇ ਹੁੰਦੇ ਤਾਂ ਇਹ ਬੋਲਦੇ ਨਹੀਂ, ਤੋ ਜੇ ਮਗਰੋਂ ਸਾਨੂੰ ਤੰਗ ਕਰਨ ਲੱਗੇ। ਮੈਂ ਕਿਹਾ ਮੈਂ ਵਾਅਦਾ ਕਰਦਾ ਵੀ ਗੱਡੀ ਮੇਰੇ ਕੋਲੇ ਹੈਗੀ ਹੈ, ਮੈਂ ਨਾ ਤੇਲ ਦਾ ਪੈਸਾ ਲਵਾਂ, ਮੈਂ ਖੁਦ ਹੀ ਆ ਜਾਊਂਗਾ, ਤੇ ਹੁਣ ਬੋਲ ਮਾਰ ਲੈ। ਇੱਥੇ ਅਸੀਂ ਨਾਮ ਦਿੰਨੇ ਹੁੰਦੇ ਆ, ਜਿਸ ਦੇ ਕਿਸੇ ਦੇ ਅਸੀਂ ਕਹਿੰਦੇ ਭਾਈ ਜੇ ਕਿਸੇ ਨੂੰ ਭੂਤ ਭਾਤ ਹੈ, ਕੋਈ ਤਵੀਤ ਜਿਹੜੇ ਹੈ ਉਹ ਸਾਡੇ ਸੇਵਾਦਾਰ ਨੂੰ ਫੜਾ ਦਿਓ, ਤੇ ਜੇ ਕੋਈ ਭੂਤ ਹੈ ਤਾਂ ਅਸੀਂ ਜ਼ਿੰਮੇਵਾਰ ਹੈ, ਉਸ ਨੂੰ ਸੱਦ ਲਓ, ਬੁਲਾ ਲਓ, ਜਾਂ ਤਾਂ ਉਹ ਤਾਂ ਸਾਡੇ ਕੋਲੇ ਕੋਈ ਲਿਆਓ, ਅਸੀਂ ਦੇਖੀਏ। तो लकमान हकीम और 73 मुर्दे ਨੂੰ ਤਾਂ ਜਿੱਦਾਂ ਕਰ ਸਕਦੇ ਸੀਗੇ, ਲੇਕਿਨ ਵਹਿਮ ਦੀ ਦਵਾਈ ਉਹਨਾਂ ਕੋਲੇ ਵੀ ਨਹੀਂ ਸੀ। ਤੋ ਅਸੀਂ ਵਹਿਮ ਦੇ ਵਸ ਹੋ ਕੇ ਘਰਾਂ 'ਚ ਵੀ ਫਰਕ ਪਾ ਲੈਂਦੇ ਹਾਂ। ਸੋ ਇਸ ਵਾਸਤੇ ਆ ਪਿਆਰ ਨਾਲ ਕਹਿੰਦੇ ਹੈ ਕਿ ਸਾਰੀ ਦੁਨੀਆ ਭਰਮ ਦੇ ਵਿੱਚ ਹੈ। ਇਹ ਨਹੀਂ ਕਿ ਇਹਦੇ ਵਿੱਚ ਅਨਪੜ੍ਹ ਹੀ ਹੈ, ਪੜ੍ਹੇ ਲਿਖੇ ਵੀ ਇਸ ਭਰਮ ਦੇ ਸ਼ਿਕਾਰ ਹੈ ਜੀ। ऊंट की पूंछ से ऊंट बंध्यो ज्यों, पेड़ चाल है जैसे, खारे का सोर फूस कूकर की, देखा देखी चाली। ਜਿਵੇਂ ਇੱਕ ਗਧਾ ਬੋਲਦਾ ਹੈ, ਉਸ ਨੂੰ ਦੇਖ ਕੇ ਦੂਜੇ ਲੱਗ ਜਾਂਦੇ ਹੈ। ਇੱਕ ਕੁੱਤਾ ਰਾਤ ਨੂੰ ਥੋੜਾ ਜਿਹਾ ਭੌਂਕਦਾ ਹੈ, ਉਸ ਨੂੰ ਦੇਖ ਕੇ ਦੂਜੇ ਲੱਗ ਜਾਂਦੇ ਹੈ। ਇਸੇ ਤਰ੍ਹਾਂ ਜੇ ਕਈਆਂ ਨੂੰ ਕਹੀਏ ਵੀ ਪਿਆਰਿਓ ਬੱਚਿਓ ਤੁਸੀਂ ਇਸ ਤਰ੍ਹਾਂ ਕਿਉਂ ਕਰਦੇ ਹੋ, ਕਹਿੰਦੇ ਸਾਡਾ ਪੇ ਦਾਦਾ ਇਹ ਕੰਮ ਕਰਦਾ ਰਿਹਾ। ਦੱਸੋ ਜੀ, ਹੁਣ ਜੇ ਪੇ ਦਾਦਾ ਵਿਚਾਰਾ ਨੂੰ ਨਹੀਂ ਕੋਈ ਸਾਧੂ ਸੰਤ ਮਹਾਤਮਾ ਮਿਲਿਆ, ਉਹ ਭਰਮ ਦੇ ਵਿੱਚ ਜ਼ਿੰਦਗੀ ਕੱਢ ਗਿਆ, ਤੇ ਤੁਸੀਂ ਇਸ ਪਾਸੇ ਕਿਉਂ ਲੱਗੇ ਹੋ? ਸਾਡੇ ਪਿਤਾ ਜੀ ਮੈਨੂੰ ਕਹਾਣੀ ਸੁਣਾਉਂਦੇ ਹੁੰਦੇ ਸੀਗੇ, ਉਹ ਆਪਦੇ ਵੱਡੇ ਭਰਾ ਦਾ ਉਹਨਾਂ ਨੇ ਥਾਨ ਬਣਾਇਆ ਹੋਇਆ ਸੀਗਾ। ਇੱਕ ਦਿਨ ਗਏ, ਪ੍ਰਸ਼ਾਦ ਕਰਕੇ, ਮੈਨੂੰ ਵੀ ਸਾਥ ਲਿਆ, ਪਰਿਵਾਰ ਹੋਰ ਵੀ ਸੀਗਾ। ਅੱਗੇ ਗਏ ਤੇ ਗਿੱਦੜ ਦੀ ਉੱਪਰ ਟੱਟੀ ਕੀਤੀ ਪਈ। ਹੁਣ ਦੇਖ ਕੇ ਬੜਾ ਪਰੇਸ਼ਾਨ ਹੋਇਆ। ਹੁਣ ਕੱਲਾ ਹੁੰਦਾ ਤਾਂ ਉਹ ਜ਼ਰੂਰ ਉਸ ਨੂੰ ਸਾਫ਼ ਸੂਫ ਕਰਦਾ। ਬੇਸ਼ੱਕ ਮੈਂ ਛੋਟਾ ਜਿਹਾ ਸੀਗਾ, ਪਰ ਮੇਰੇ ਦਿਲ 'ਚ ਬੜਾ ਖਿਆਲ ਆਇਆ। ਮੈਂ ਆਖਿਆ ਹੁਣ ਦੱਸੋ ਕੀ ਕਰੋਗੇ? ਮੈਨੂੰ ਆਦਾ ਜੇ ਮਾਰ ਕੇ ਇੱਥੇ ਸਿੱਟੂਗਾ ਤਾਂ ਮੈਂ ਇਸ ਨੂੰ ਕੜਾ ਦੇਵਾਂਗਾ ਨਹੀਂ, ਮੈਂ ਦਿੰਦਾ ਹੀ ਨਹੀਂ। ਕੀ ਹੈ? ਵਹਿਮ ਹੈ, ਭਰਮ ਹੈ ਜੀ। खारे का सौर फूस कूकर की, देखा देखी चाली, जैसे कलुआ जाहर पैरों, सेड मसानी काली, गांव पूमिया हित करतावे, जाए बटोही दौरे। ਇਸ ਵਾਸਤੇ ਆਪ ਕਹਿਣ ਲੱਗੇ ਜਿਹੜੇ ਅਸੀਂ ਦੇਵੀ ਦੇਵਤੇ ਬਣਾਏ ਹੁੰਦੇ ਹੈ, ਮੇਰੇ ਪਿਛਲੇ ਪਿੰਡ ਦਾ ਖਾਸ ਵਾਕਾ ਹੈ।
ਆ ਪਾਗੀ ਬਾਂਦਰ ਦੇ ਕੋਲ ਜਿਹੜਾ ਹੈਡ ਹੈ, ਇਸ ਥਾਂ ਉਹਨਾਂ ਦਾ 1.5 ਮਰਬਾ ਜ਼ਮੀਨ ਦਾ ਸੀਗਾ। ਉਹ ਇਹ ਜੇ ਪਖੰਡੀਆਂ ਦੇ ਦਾ ਹੇਠ ਆਇਆ, ਹੱਥ ਦਿਖਾਉਣ ਦੀ ਆਦਤ ਸੀ। ਉਹਨਾਂ ਨੇ ਉਸ ਨੂੰ ਕਿਹਾ ਕਿ ਅੱਜ ਕੱਲ੍ਹ ਕਲਯੁਗ ਦੇ ਵਿੱਚ ਵੀ ਦੇਵਤੇ ਪ੍ਰਗਟ ਹੋ ਜਾਂਦੇ ਹੈ, ਪਰ ਇਹਨਾਂ ਦੇ ਕੋਈ ਹੋਮਣਾ ਨਹੀਂ ਕਰਦਾਗਾ। ਉਹ ਆਦਾ ਵੀ ਮੈਂ ਹੋਮਣਾ ਤੇ ਜਿੰਨਾ ਪੈਸਾ ਲੱਗੂ ਲਾ ਦੂੰਗਾ। ਉਸਨੇ 1.5 ਮਰਬਾ ਜ਼ਮੀਨ ਦਾ ਵੇਚ ਕੇ ਉਨੀ ਦਿਨੀ ਥੋੜੇ ਬਹੁਤੇ ਸਸਤੀ ਸੀ ਪੈਲੀ, 14-15 ਹਜ਼ਾਰ ਰੁਪਇਆ ਉਸਨੇ ਵਟਿਆ। ਮੇਰੀ ਵੀ ਆੜਤ ਗੰਗਾ ਨਗਰ ਉਸੇ ਜਗ੍ਹਾ ਤੇ ਸੀ ਜਿੱਥੇ ਉਹਦੀ ਸੀਗੀ। ਔਰ ਮਹਾਜਨ ਲੋਕ ਬੜੇ ਸਿਆਣੇ ਹੁੰਦੇ ਹੈ। ਉਹ ਜਦ ਉਹਨਾਂ ਦੇ ਢਿੱਕੇ ਆਇਆ ਠੱਗਾਂ ਦੇ, ਪਖੰਡੀਆਂ ਦੇ, ਉਹ ਕਹਿੰਦੇ ਵੀ ਤੂੰ ਕਿਹਨੂੰ ਪੈਸੇ ਦਿੰਦਾ ਹੈ? ਹੁਣ ਜੇ ਉਹ ਦੱਸੇ ਤਾਂ ਪਾਜ ਖੁੱਲੇ। ਉਸਨੇ ਉਹਨਾਂ ਨੂੰ ਪੈਸੇ ਚੁੱਪ ਕਰਕੇ ਦੇ ਦਿੱਤੇ। ਉਹ ਕਹਿੰਦੇ ਲੈ ਬਈ 35 ਦਿਨ ਤੂੰ ਜਾ ਕੇ ਐਸ ਮੰਤਰ ਦਾ ਜਾਪ ਕਰਦਾ ਹੈ। 52 ਲੱਖ ਰੁਪਈਆ 4 ਇੱਟਾਂ ਸਿਉਨੇ ਦੀਆਂ ਤੇਰੇ ਘਰੇ ਆ ਜਾਣਗੀਆਂ। ਰੋਜ਼ ਜਿਹੜੀ ਬੁਹਾਰੀ ਹੈ ਉਹ ਤੁਸੀਂ ਕੱਢੋ। ਹੁਣ ਜਿਹੜੀ ਸਾਰੀ ਜਾਇਦਾਦ ਸੀ ਉਹ ਉਹਨੇ ਫੜਾ ਦਿੱਤੀ। ਦਿਲ ਜਿਹੜਾ ਸੀਗਾ ਉਹ ਹੱਲਿਆ। ਘਰ ਵਾਲੀ ਰੋਜ਼ ਬੁਹਾਰੀ ਕੱਢਿਆ ਕਰੇ, ਸ਼ਬਦ ਬੋਲਿਆ ਕਰੇ ਵੀ ਸਾਡੇ ਘਰੇ ਇੰਨਾ ਧਨ ਆਏਗਾ। ਕੁਛ ਰੁਪਏ ਘਟ ਗਏ ਕਿਉਂਕਿ ਉਹਨਾਂ ਦੀ ਜ਼ਿਆਦਾ ਮੰਗ ਸੀ। ਜਦੋਂ ਰੁਪਏ ਘਟ ਗਏ ਮੇਰੇ ਪਾਸ ਆਇਆ, ਮੈਨੂੰ ਕਹਿਣ ਲੱਗਿਆ ਬਈ ਮੈਨੂੰ 5000 ਰੁਪਇਆ ਦੇ। ਉਹਨਾਂ ਦਿਨਾਂ 'ਚ ਪੈਸੇ ਬਣਦੇ ਬੜੇ ਔਖੇ ਸੀ। ਮੈਂ ਆਖਿਆ ਵੀ ਮੇਰੇ ਪਾਸ ਤਾਂ ਹੈ ਹੀ ਨਹੀਂਗਾ, ਆਪਦਾ ਗੁਜ਼ਾਰਾ ਮਸਾ ਕਰਦਾ ਹੈ। ਮੈਨੂੰ ਉਸਨੇ ਉਹ ਤਵੀਤ ਜੇ ਲਿਖੇ ਦਿਖਾਏ। ਕਹਿਣ ਲੱਗਿਆ ਆ ਦੇਖ, ਮੇਰੀਆਂ ਸਿਉਨੇ ਤੇ ਮਡਗਾਰਡ ਵਾਲੀਆਂ ਕਾਰਾਂ ਚੱਲਣਗੀਆਂ ਤਾਂ ਮੈਂ ਤੈਨੂੰ ਨਹੀਂ ਚੜਾਉਣਾ। ਮੈਂ ਆਖਿਆ ਭਰਾਵਾ ਸਾਨੂੰ ਸਾਡਾ ਹੀ ਸਾਈਕਲ ਚੰਗਾ ਹੈ। ਆਖਰ ਕੁਛ ਆਦਮੀਆਂ ਨੂੰ ਤਾਂ ਮਿਲੇ, ਕੁਛ ਨੂੰ ਨਾ ਮਿਲੇ। ਉਹ ਜਿਨ੍ਹਾਂ ਨੂੰ ਨਾ ਮਿਲਿਆ ਕੁਛ ਅੱਧ, ਉਹ ਆ ਕੇ ਦੱਸਣ ਲੱਗੇ ਸਾਡੇ ਪਿੰਡ 'ਚ। ਉਹ ਹੁਣ ਕਿਸੇ ਤੋਂ ਪਿੱਛਿਆ ਤਾਂ ਲੈਣ ਨਾ, ਉਹ ਬੰਦੇ ਨੂੰ ਭਾਲਣ, ਬੰਦੇ ਦਾ ਨਾਂ ਨਹੀਂ ਸੀ ਜਾਣਦੇ। ਅਖੀਰ ਉਹ ਬੈਠਾ ਹੋਇਆ ਸੀ ਘਰ ਦੇ ਵਿੱਚ। ਜਦੋਂ ਆਏ ਉਹਦੇ ਪਾਸ, ਜਦ ਉਹਦੇ ਪਾਸ ਆਏ ਉਹਨੂੰ ਵੇਖ ਕੇ ਕਹਿਣ ਲੱਗੇ ਭਗਤਾ ਮੱਥੇ ਦੀਆਂ ਫੁੱਟ ਗਈਆਂ ਤੇਰੀਆਂ। ਹੁਣ ਤੁਹਾਨੂੰ ਪਤਾ ਹੈ ਉਹ ਤਾਂ ਘਰੇ ਬੜੀ ਮਾਇਆ ਦੀ ਇੰਤਜ਼ਾਰ ਕਰਦੇ ਸੀ। ਕੋਈ ਘਰੇ ਆ ਕੇ ਕਿ ਤੇਰੀ ਤਕਦੀਰ ਫੁੱਟ ਗਈ ਹੈ, ਕਿੰਨਾ ਮੁਸ਼ਕਿਲ ਹੈ। ਆਖਰ ਉਹਨਾਂ ਨੇ ਦੱਸਿਆ ਬਈ ਤੇਰੇ ਨਾਲ ਆਹ ਕੁਛ ਹੋ ਗਿਆ। ਹੁਣ ਇਹ ਗੰਗਾ ਨਗਰ ਦਾ ਵਾਕਿਆ ਹੈ। ਉਹ ਜਿਹੜੇ ਤੋਤੇ ਜੇ ਲੈ ਕੇ ਬੈਠੇ ਹੁੰਦੇ ਆ, ਹੁਣ ਉਹਨਾਂ ਦਾ ਕੀ ਤੁਸੀਂ ਐਡਰੈਸ ਲਿਖਦੇ ਹੋ ਵੀ ਇਹ ਕੌਣ ਹੈ? ਆਖਰ ਪੁਲਿਸ ਦੇ ਦਰਖਾਸਤ ਦਿੱਤੀ। ਉਹ ਕਹਿੰਦੇ ਵੀ ਅਸੀਂ ਕੋਸ਼ਿਸ਼ ਤਾਂ ਕਰਾਂਗੇ। ਹੁਣ ਦਰਖਾਸਤ ਕੀ ਕਰੂਗੀ ਬਈ? ਤੋਂ ਹਾਲ ਤੱਕ ਉਸ ਨੂੰ ਪੈਸੇ ਨਹੀਂ ਮਿਲੇ। ਆਖਰ ਪਾਗਲ ਹੋ ਕੇ ਘਰੋਂ ਨਿਕਲ ਗਿਆ। ਤੇ ਮਸ਼ਹੂਰ ਵਾਕਾ ਹੈ। ਸਿਰਫ ਅਸੀਂ ਇਸ ਚੱਕਰ ਦੇ ਵਿੱਚ ਵੀ ਅਸੀਂ 10,000 ਦਾ ਧੂਫ ਦਿਖਾ ਕੇ ਤੇ ਫਿਰ ਸਾਨੂੰ ਇੰਨਾ ਰੁਪਇਆ ਮਿਲ ਜਾਏਗਾ, ਕਿ ਵਹਿਮ ਨਹੀਂ। ਸੋ ਇਸ ਵਾਸਤੇ ਆ ਪਿਆਰ ਨਾਲ ਕਹਿੰਦੇ ਹੈ ਕਿ ਜਿਹੜੇ ਅਸੀਂ ਅਖੌਤੀ ਦੇਵਤੇ ਨੂੰ ਮੰਨਣਾ ਗੁਨਾਹ ਨਹੀਂਗਾ, ਪਰ ਦੇਵਤਾ ਹੋਵੇ ਤਾਂ ਮੰਨੋ। ਇਹ ਤਾਂ ਅਸੀਂ ਆਪਦੇ ਪੱਥਰਾਂ ਦੇ ਬਣਾਏ ਹੋਏ ਹੈ ਜੀ। ਗਾਮ ਭੂਮੀਆਂ ਹਿਤ ਕਰਤਾਵੇਂ ਜਾਏ ਬਟੋਹੀ ਦੌਰੇ ਸਜ ਦੋ ਸਰਵਰ ਇਸ਼ਟ ਤਰਤ ਹੈ ਲੋਗ ਲੋਗਾਈ ਬੋਰੇ। ਆ ਪਿਆਰ ਨਾਲ ਕਹਿੰਦੇ ਹੈ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਸੰਸਾਰ ਦੇ ਵਿੱਚ ਬਿਰਾਜਮਾਨ ਸੀ, ਉਹਨਾਂ ਦੇ ਪਾਸ ਇੱਕ ਭਾਈ ਬਹਿਲੋ ਗਿਆ। ਉਹ ਵੀ ਪਹਿਲਾਂ ਸਰਵਰ ਨੂੰ ਮੰਨਦਾ ਸੀਗਾ, ਲਾਲਾਂ ਵਾਲੇ ਦੇ ਜਾਂਦਾ ਸੀਗਾ,
ਇੱਕ ਦਿਨ ਉਹਦਾ ਕਰਮ ਜਾਗਿਆ, ਵਾਪਸ ਆਉਂਦੇ ਦਾ ਗੁਰੂ ਦੇ ਨਾਲ ਉਹਦਾ ਮਿਲਾਪ ਹੋਇਆ। ਮਹਾਰਾਜ ਨੇ ਸਤਸੰਗ ਦੇ ਵਿੱਚ ਕਿਹਾ ਕਿ ਬਈ ਅਫਸੋਸ ਹੈ ਕਿ ਇੱਕ ਪਾਸੇ ਤਾਂ ਅਸੀਂ ਸਿੱਖ ਹੋਣ ਦਾ ਦਾਅਵਾ ਕਰਦੇ ਹਾਂ, ਦੂਜੇ ਪਾਸੇ ਅਸੀਂ ਮੁਸਲਮਾਨਾਂ ਦੀਆਂ ਕਬਰਾਂ ਨੂੰ ਵੀ ਜਾ ਕੇ ਮੰਨਦੇ ਹਾਂ। ਇਹ ਕਿਸ ਤਰ੍ਹਾਂ ਹੋਏਗਾ? 2 ਘੋੜਿਆਂ ਤੇ ਚੜ੍ਹ ਕੇ ਬੰਦਾ ਮੰਜ਼ਿਲ ਤੇ ਨਹੀਂ ਪਹੁੰਚ ਸਕਦਾਗਾ। ਲੇਕਿਨ ਉਸ ਦੇ ਦਿਲ ਨੂੰ ਉਹ ਬਾਤ ਛੂਗੀ ਵੀ ਮੈਂ ਕੀ ਲੱਗਿਆ ਹੋਇਆ ਹੈ। ਫਿਰ ਇਹ ਵੀ ਦੱਸਿਆ ਵੀ ਕਦੇ ਜਿਹੜੇ ਉਹ ਪੀਰਖਾਨਾ ਘਰੇ ਬਣਾ ਕੇ ਰੱਖਿਆ, ਕਦੇ ਬੋਲੇ ਹੈ। ਉਸਨੇ ਘਰੇ ਆ ਕੇ ਉਹ ਪੀਰਖਾਨਾ ਢਾ ਦਿੱਤਾ। ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਜਾ ਕੇ ਉਹਨੇ ਇੰਨੀ ਸੇਵਾ ਕਰੀ ਦਿਨ ਰਾਤ ਲੰਗਰ ਦੀ, ਬਹੁਤ ਜ਼ਿਆਦਾ। ਗੁਰੂ ਸਾਹਿਬ ਨੇ ਖੁਸ਼ ਹੋ ਕੇ ਉਹਨਾਂ ਨੂੰ ਮਾਲਵੇ ਦਾ ਕਾਰਦਾਰ ਥਾਪ ਦਿੱਤਾ। ਫਿਰ ਵੀ ਉਹਨੇ ਆਪਦੀ ਨਿਮਰਤਾ ਹੀ ਧਾਰਨ ਕੀਤੀ ਜੀ। ਸਾਜ ਦੋ ਸਾਰੇ ਵਰ ਇਸ਼ਟ ਤਰਤ ਹੈ, ਲੋਗ ਲੋਗਾਈ ਬੋਰੇ, ਰਾਖ ਪਾਵ ਸਵਾਨ ਗਰਧਵ ਕੋ, ਉनको ਲਾਏ ਜਿਮਾਵੇ। ਹੁਣ ਮਹਾਤਮਾ ਚਰਨਦਾਸ ਜੀ ਕਹਿੰਦੇ ਆ, ਅਸੀਂ ਕਿਤਨੇ ਲੋਕ ਭੁੱਲ ਵਿੱਚ ਹੈ, ਜਿਉਂਦੇ ਮਾਂ-ਬਾਪ ਦੀ ਅਸੀਂ ਸੇਵਾ ਨਹੀਂ ਕਰਦੇਗੇ, ਜਿਉਂਦੇ ਤਾਂ ਉਹ ਵਿਚਾਰੇ ਭੁੱਖੇ ਹੈ, ਤੜਫਦੇ ਫਿਰਦੇ ਹੈ। ਜਦੋਂ ਉਹ ਸੰਸਾਰ ਛੱਡ ਜਾਂਦੇ ਹੈ, ਫਿਰ ਅਸੀਂ ਉਹਨਾਂ ਦੇ ਨਾਂ ਦੇ ਸਰਾਧ ਕਰਦੇ ਹਾਂ। ਜਾਂ ਉਹ ਕੁੱਤੇ ਖਾਂਦੇ ਆ, ਜਾਂ ਗਧੇ ਖਾਂਦੇ ਆ, ਜਾਂ ਕਾਂ ਖਾਂਦੇ ਆ। ਕਬੀਰ ਸਾਹਿਬ ਕਹਿੰਦੇ ਆ, ਜੀਵਤ ਪਿਤਰ ਨਾ ਮਾਨੇ, ਕੋਈ ਮੂਏ ਸਰਾਧ ਕਰਾਹੀ, ਪਿਤਰ ਵੀ ਵਪਰੇ ਕਊਆ ਖਾਵੇ ਕੋ ਕੋ ਖਾਈ। ਆਪ ਕਹਿਣ ਲੱਗੇ ਕਊਆ ਕੂਕਰ ਖਾਂਦੇ ਹੈ। ਤੇ ਜਿਉਂਦਿਆਂ ਦੀ ਤਾਂ ਉਹਨਾਂ ਦੀ ਅਸੀਂ ਪਰਵਾਹ ਨਹੀਂ ਕਰਦੇਗੇ, ਉਹਨਾਂ ਦੀ ਬਾਤ ਨਹੀਂ ਸੁਣਦੇਗੇ। ਮਰਿਆ ਪਿੱਛੋਂ ਉਹਨਾਂ ਦੇ ਨਾਂ ਦੇ ਉੱਤੇ ਅਸੀਂ ਕਿੰਨਾ ਦਾਨ ਕਰਦੇ ਹਾਂ। ਮੈਂ ਆਪਣੀ ਜ਼ਿੰਦਗੀ ਦਾ ਵਾਕਿਆ ਦੱਸਦਾ ਹੁੰਦਾ। ਉਹ ਪਰਿਵਾਰ ਇੱਥੇ ਬੈਠਾ ਵੀ ਹੈ, ਉਹਨਾਂ ਨੇ ਆਪਦੇ ਪਿਤਾ ਦਾ ਸਰਾਧ ਕੀਤਾ। ਮੈਨੂੰ ਉਹਨਾਂ ਨੇ ਚੋਣ ਵਿੱਚ ਲਿਆਂਦਾ ਕਿ ਆਪਾਂ ਉਹਦਾ ਉਹਨਾਂ ਨਾਲ ਪਿਆਰ ਸੀ, ਇਹਨਾਂ ਨੂੰ ਖਾਣਾ ਖਵਾਈਏ। ਜਦ ਮੈਨੂੰ ਖਾਣਾ ਉਹਨਾਂ ਨੇ ਖਵਾਇਆ, ਪਹਿਲਾਂ ਤਾਂ ਨਾ ਦੱਸਿਆ ਵੀ ਸਰਾਧ ਖਵਾਉਣੇ ਹੈ। ਖੈਰ ਜੋ ਮੈਂ ਖਾਣਾ ਖਾ ਹਟਿਆ, ਮੈਨੂੰ 5 ਰੁਪਏ ਮੱਥਾ ਟੇਕੇ। ਉਹਨੇ ਦਿਨ 1 ਰੁਪਇਆ ਦਿੰਦੇ ਹੁੰਦੇ ਸੀ। ਤਾਂ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਮੈਨੂੰ ਇਹ 5 ਰੁਪਏ ਕਿਉਂ ਦਿੰਦੇ ਹੋ? ਉਹ ਕਹਿਣ ਲੱਗੇ ਜੀ ਅਸੀਂ ਆਪਦੇ ਪਿਤਾ ਦੇ ਨਾਂ ਦਾ ਖਾਣਾ ਖਵਾਇਆ ਹੈ। ਮੈਂ ਕਿਹਾ ਵੀ ਮੇਰਾ ਮੂੰਹ ਕੋਈ ਲੈਟਰ ਬਾਕਸ ਹੈ ਵੀ ਇੱਥੇ ਖੀਰ ਪਾਈ ਉੱਥੇ ਨਿਕਲ ਜੂਗੀ? ਜਦ ਪਤੇ ਤੋਂ ਬਗੈਰ ਖਤ ਨਹੀਂ ਜਾਂਦਾਗਾ, ਇੱਥੇ ਪੰਡਤ ਦੇ ਮੂੰਹ 'ਚ ਖੀਰ ਪਾਏ ਉਹ ਜਾਂਦੀ ਰਹੂਗੀ। ਉਹ ਮੈਨੂੰ ਕਹਿਣ ਜੀ ਸਾਡੀ ਖੀਰ ਨਹੀਂ ਲੱਗਣੀ। ਸਾਰਾ ਟੱਬਰ ਮੇਰੇ ਮੂਹਰੇ ਹੱਥ ਬੰਨੇ ਜੀ, ਤੁਸੀਂ ਐ ਨਾ ਬੋਲੋ। ਹਾਂ ਭਾਈ। ਰਾਖ ਪਾਵ ਸਵਾਨ ਗਰਧਵ ਕੋ, ਉनको ਲਾਏ ਜਿਮਾਵੇ, ਠੇਠ ਚਮਾਰਨ ਕੋ ਸਿਰ ਨਾਵੇਂ, ऊंची जात कहावे, दूध पूत पाथर से मांगे, जाके मुख ने नासा। ਹੁਣ ਮਹਾਤਮਾ ਚਰਨਦਾਸ ਜੀ ਕਹਿੰਦੇ ਹੈ ਕਿ ਵੀ ਦੇਖੋ, ਪੱਥਰਾਂ ਦੇ ਅੱਗੇ ਸਿਰ ਨਵਾਉਣੇ ਹੈ, ਜਿਹਦੇ ਮੂੰਹ ਨਹੀਂ, ਨਾਸਾਂ ਨਹੀਂ, ਸਾਹ ਨਹੀਂ ਲੈਂਦਾ, ਖਾਂਦਾ ਨਹੀਂ, ਉਹਨੂੰ ਕਹਿੰਦੇ ਆ ਕਿ ਸਾਨੂੰ ਤੂੰ ਦੁੱਧ ਵੀ ਦੇ, ਪੁੱਤਰ ਵੀ ਦੇ। ਦੱਸੋ ਬਈ, ਜਿਹੜਾ ਆਪ ਧੁੱਪੇ ਛਾਵੇਂ ਨਹੀਂ ਹੋ ਸਕਦਾ, ਛਾਵੇਂ ਧੁੱਪੇ ਨਹੀਂ ਹੋ ਸਕਦਾ, ਉਹਦਾ ਕਸੂਰ ਹੈ ਜਾਂ ਸਾਡਾ ਕਸੂਰ ਹੈ ਬਈ? ਹਾਂ ਬਈ।
दूध पूत पाथर से मांगे, जाके मुख ने नासा। लपसी पपड़ी टेर करत हैं, वह न खावे मासा। ਉਹਦੇ ਅੱਗੇ ਜੋ ਚੰਗੀਆਂ ਚੰਗੀਆਂ ਮਠਿਆਈਆਂ ਦੇ ਲਾ ਕੇ ਢੇਰ ਲਾ ਦਿੰਨੇ ਹੈ, ਉਹਨੇ ਮਾਸਾ ਨਹੀਂ ਖਾਣਾਗਾ। ਜਿਹੜੇ ਅਸੀਂ ਪੁਜਾਰੀ ਰਾਖੇ ਬੈਠੇ ਹੁੰਦੇ ਆ, ਲੋਕਾਂ ਨੂੰ ਕਹਾਣੀਆਂ ਕੜ ਕੜ ਕੇ ਸੁਣਾਈਆਂ ਹੁੰਦੀਆਂ ਹਨ, ਉਹ ਸਾਰਾ ਭੋਗ ਵਗੈਰਾ ਲਾ ਲੈਂਦੇ ਹੈ। ਸੋ ਇਸ ਵਾਸਤੇ ਆ ਪਿਆਰ ਨਾਲ ਕਹਿੰਦੇ ਹੈ ਕਿ ਇੰਨਾ ਅੰਧ ਵਿਸ਼ਵਾਸ ਕਿੰਨਾ ਫੈਲਿਆ ਹੋਇਆ ਹੈ ਜੀ। लपसी पपड़ी तेरे करत हैं, वह न खावे मासा। वाके आगे बकरा मारे, ताहे न हत्या जाने। ਬਹੁਤ ਸਾਰੇ ਅਸੀਂ ਲੋਕ ਕੀ ਕਰਦੇ ਹਾਂ, ਉਸ ਪੱਥਰ ਦੀ ਭੇਟ ਚੜਾਉਣ ਵਾਸਤੇ ਬੱਕਰੇ ਨੂੰ ਜੀਂਦੇ ਨੂੰ ਕਤਲ ਕਰ ਦਿੰਦੇ ਹਾਂ। ਉਹਦਾ ਅਸੀਂ ਪਾਪ ਨਹੀਂ ਗਿਣਦੇਗੇ ਕਿ ਸਾਡਾ ਦੇਵਤਾ ਇਹ ਜਿਹੜਾ ਇਹ ਖੁਸ਼ ਹੈ। ਹੁਣ ਤੁਸੀਂ ਸੋਚ ਕੇ ਦੇਖ ਲਓ, ਨਾ ਉਹਨੇ ਤੁਹਾਥੋਂ ਵਿਚਾਰੇ ਨੇ ਮੰਗਿਆ, ਨਾ ਤੁਹਾਨੂੰ ਬਦ ਦੁਆ ਦਿੱਤੀ, ਤੁਸੀਂ ਜੀਂਦੇ ਨੂੰ ਉਹਦੇ ਅੱਗੇ ਕਤਲ ਕਰਦੇ ਹੋ। ਜਾਨ ਸਭ ਨੂੰ ਪਿਆਰੀ ਹੈ। ਕਬੀਰ ਸਾਹਿਬ ਕਹਿੰਦੇ ਹੈ, ਤਿਲ ਭਰ ਮਛਲੀ ਖਾਏ ਕੇ ਕੋਟ ਗਊ ਦੇ ਦਾਨ। ਤੁਸੀਂ ਇੱਕ ਕਿਸੇ ਦਾ ਬਾਸ ਤਿਲ ਜਿੰਨਾ ਵੀ ਖਾਣੇ ਹੋ, ਕਰੋੜਾਂ ਗਊ ਦਾਨ ਕਰਦੇ ਹੋ, ਉਹਦੀ ਤਾਂ ਜਾਨ ਗਈ। ਚਾਂਦ ਸੂਰਜ ਕੇ ਉਹਦੇ ਲੈ ਤੋ ਵੀ ਨਰਕ ਨਿਧਾਨ, ਉਹ ਨਰਕ ਤੋਂ ਕਿਵੇਂ ਬਚੇਗਾ। ਮਾਸ ਮਾਸ ਸਭ ਏਕ ਹੈ। ਬਹੁਤ ਸਾਰੇ ਲੋਕ ਵਕਾਲਤ ਕਰਦੇ ਹੈ ਕਿ ਇੱਕ ਕਿਸਮ ਦਾ ਮਾਸ ਖਾਣਾ ਸਾਡੀ ਕੌਮ ਨੂੰ ਜਾਇਜ਼ ਹੈ, ਦੂਜਾ ਕਹਿੰਦਾ ਸਾਡੀ ਨੂੰ ਜਾਇਜ਼ ਹੈ। ਤੋ ਕਹਿਣ ਲੱਗੇ ਮਾਸ ਮਾਸ ਸਭ ਏਕ ਹੈ, ਮੁਰਗੀ ਹਿਰਨੀ ਗਾਏ, ਆਂਖ ਦੇਖ ਨਰ ਖਾਤ ਹੈ ਤੇ ਬਾਧੇ ਜੰਪੁਰ ਜਾਏ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਹੈ ਕਿ ਵੀ ਦੇਖੋ, ਚਾਹੇ ਆਪਣਾ ਜਾਇਆ ਹੈ, ਚਾਹੇ ਭਰਾ ਹੈ, ਮਾਸ ਔਰ ਖੂਨ ਜ਼ਿੰਦਗੀ ਸਾਰਿਆਂ 'ਚ ਇੱਕੋ ਜੀ ਹੈ ਜੀ। वाके आगे बकरा मारे, ताहे न हत्या जाने। ले लो माथे सो लगावे, ऐसे मूड कहें कि हमरे बालक जावे, बड़ी अयुर बल दीजे। ਹੁਣ ਉਹਦੇ ਅੱਗੇ ਬੇਨਤੀ ਕਰਦੇ ਹੈ ਕਿ ਵੇਖ, ਅਸੀਂ ਤੇਰੇ ਮੂਹਰੇ ਬੱਕਰਾ ਵੀ ਕੱਟ ਦਿੱਤਾ ਹੈ, ਸਾਡੇ ਲੜਕਾ ਹੋ ਜਾਵੇ, ਵੱਡੀ ਸਾਰੀ ਉਮਰ ਹੋਵੇ ਇਹਦੀ ਜੀ। कहें कि हमरे बालक जावे, बड़ी अयोर बल दीजे। उनके आगे विनती करते, ਅਸੂਨ ਹਿਰਦਾ ਪੀਜੈ। ਉਹਦੇ ਅੱਗੇ ਇਤਨਾ ਵਿਰਾਗ ਦਿਖਾਉਂਦੇ ਹੈ, ਅੱਖਾਂ ਵਿੱਚੋਂ ਪਾਣੀ ਜਾਂਦਾ ਹੈ, ਕੱਪੜੇ ਭਿੱਜ ਜਾਂਦੇ ਹੈ ਕਿ ਸਾਡੀ ਬੇਨਤੀ ਸੁਣ। ਹੁਣ ਤੁਸੀਂ ਦੇਖੋ, ਉਹ ਜੜ ਹੈ, ਅਸੀਂ ਚੇਤਨ ਹੈ, ਅਸੀਂ ਬੋਲਦੇ हैं, ਉਹ ਜੜ ਚੀਜ਼ ਨਾ ਬੋਲਣ ਵਾਲੀ ਹੈ ਜੀ। उनके आगे बिनती करते, अंसुअन हिरदा पीजे। पोए पटरे के पग लागे,
ਸਾਧੂ ਸੰਤ ਕੀ ਨਿੰਦਾ। ਹੁਣ ਆਪ ਕਹਿੰਦੇ ਅਸੀਂ ਕਿਸ ਤਰ੍ਹਾਂ ਭੋਪਿਆਂ ਦੇ ਭਾਈਆਂ ਦੇ ਜਾ ਕੇ ਪੈਰਾਂ 'ਚ ਆਪ ਵੀ ਮੱਥੇ ਟੇਕਦੇ ਆ, ਪਰਿਵਾਰ ਨੂੰ ਵੀ ਕਹਿੰਦੇ ਤੁਸੀਂ ਵੀ ਟੇਕੋ, ਸਾਰੀ ਸਾਰੀ ਰਾਤ ਬੋਲਦੇ ਕੱਢ ਜਾਂਦੇ ਹੈ, ਸਿਰ ਹਿਲਾਉਂਦੇ ਹੈ। ਕਾਹਦੇ ਵਾਸਤੇ ਬਈ ਉਹ ਆਪ ਤਾਂ ਭਰਮ 'ਚ ਹੈ, ਆਪ ਤਾਂ ਪਖੰਡ ਕਰਦੇ ਹੈ, ਉਹਨਾਂ ਨੂੰ ਵੀ ਲਾ ਦਿੰਦੇ ਹੈ ਜੀ। पोए पटरे के पग लागे साधु संत की निंदा। ਅਗਰ ਕੋਈ ਪਰਮਾਤਮਾ ਦਾ ਪਿਆਰਾ ਸਾਨੂੰ ਸਤਸੰਗ ਦੇ ਵਿੱਚ ਸਮਝਾਉਂਦਾ ਹੈ, ਨਾਮ ਜਪਣ ਦਾ ਦੱਸਦਾ ਹੈ, ਅਸੀਂ ਉਸ ਦੀ ਗੱਲ ਨੂੰ ਮੰਨਣ ਵਾਸਤੇ ਤਿਆਰ ਨਹੀਂ, ਬਲਕਿ ਨਿੰਦਿਆ ਕਰਦੇ ਹਾਂ ਕਿ ਅਸੀਂ ਕਿਵੇਂ ਸਤਸੰਗ ਦੇ ਵਿੱਚ ਜਾਈਏ, ਉੱਥੇ ਤਾਂ ਆਹ ਕੁਛ ਹੋ ਰਿਹਾ ਹੈ। ਹਾਲਾਂਕਿ ਜੇ ਸੰਤਾਂ ਦੇ ਸਤਸੰਗ ਵਿੱਚ ਹੀ ਪਖੰਡ ਹੈ ਤੇ ਹੋਰ ਸਾਨੂੰ ਕਿਹੜਾ ਪਖੰਡ ਤੋਂ ਬਚਾਏਗਾ ਜੀ। पोए पटरे के पग लागे साधु संत की निंदा। चेतन को तज पाहन पूजे ऐसा यह जग अंधा। ਮਹਾਤਮਾ ਚਤਰਨਦਾਸ ਜੀ ਕਹਿੰਦੇ ਹੈ ਇਸ ਤਰ੍ਹਾਂ ਦੇ ਅੰਧੇ ਹੈ, ਕੋਈ ਸਮਝਾਵੇ ਤਦ ਵੀ ਨਹੀਂ ਸਮਝਣਾਗਾ। ਗੁਰੂ ਨਾਨਕ ਕਹਿੰਦੇ ਆ ਜੀਵਤ ਸਹਿਬ ਸੇਵਿਓ ਮਨ ਚੱਲਦਾ ਹਾਰਿਓ ਨੀਤ। ਗੁਰੂ ਨਾਨਕ ਕਹਿੰਦੇ ਆ ਕਿ ਅਸੀਂ ਵੀ ਪਿਆਰਿਓ ਜੀਵਤ ਮਹਾਪੁਰਸ਼ ਦੇ ਕਹਿਣ ਤੇ ਚੱਲੇ, ਉਹਨੇ ਭਗਤੀ ਸਾਨੂੰ ਦੱਸੀ। ਇਸ ਵਾਸਤੇ ਜਿਹੜਾ ਸਾਡਾ ਮਨ ਸਾਨੂੰ ਭਰਮ ਵਿੱਚ ਪਾਈ ਫਿਰਦਾ ਸੀ, ਵਹਿਮ ਚ ਪਾਈ ਫਿਰਦਾ ਸੀਗਾ, ਹਿਰਨ ਦੀ ਤਰ੍ਹਾਂ ਟਪਾਈ ਫਿਰਦਾ ਸੀਗਾ, ਉਹ ਵਸ ਵਿੱਚ ਆ ਗਿਆ ਜੀ। चेतन को तज पाहन पूजे ऐसा जह जग अंधा। सत संगत की और न चाके भगत करत संकुचावे। ਸਤਸੰਗ ਦੀ ਤਰਫ ਅਸੀਂ ਭੁੱਲੇ ਭਟਕੇ ਵੀ ਨਹੀਂ ਆਉਂਦੇ ਗਏ। ਅਗਰ ਪਰਮਾਤਮਾ ਦੀ ਭਗਤੀ ਕਰਨ ਲੱਗਦੇ ਹਾਂ ਤੇ ਸਾਡਾ ਮਨ ਸਾਡੇ ਅੰਦਰ ਅਨੇਕ ਕਿਸਮ ਦੇ ਭਰਮ ਪੈਦਾ ਕਰਦਾ ਹੈ। ਕਿੰਨੇ ਬਹਾਨੇ ਲਾਉਂਦੇ ਆ, ਕੋਈ ਕਹਿੰਦਾ ਜੀ ਜਿਸਮ ਟੁੱਟਦਾ ਹੈ, ਕੋਈ ਕਹਿੰਦਾ ਜੀ ਵਾਸੀਆਂ ਆਉਂਦੀਆਂ, ਕੋਈ ਕਹਿੰਦਾ ਨੀਂਦ ਆਉਂਦੀ ਹੈ। ਹੁਣ ਸੋਚ ਕੇ ਦੇਖ ਲਓ, ਗੁਰੂ ਨਾਨਕ ਕਹਿੰਦੇ ਬੁਰੇ ਕੰਮ ਨੂੰ ਉੱਠ ਖਲੋਇਆ, ਨਾਮ ਦੀ ਵੇਲਾ ਪੈ ਪੈ ਸੋਇਆ। ਸਿਰਫ ਨਾਮ ਜਪਣ ਵਾਸਤੇ ਹੀ ਅਸੀਂ ਅਨੇਕਾਂ ਬਹਾਨੇ ਲਾਉਂਦੇ ਹੈ। ਸੋ ਆਪ ਪਿਆਰ ਦੇ ਨਾਲ ਕਹਿੰਦੇ ਆ ਮਹਾਤਮਾ ਦੀ ਬਾਣੀ ਵਿੱਚ 3-4 ਚੀਜ਼ਾਂ ਦੀ ਮਹਿਮਾ ਹੁੰਦੀ ਹੈ। ਨਾਮ ਦੀ ਮਹਿਮਾ ਮਹਾਤਮਾ ਨੇ ਕੀਤੀ ਹੈ ਕਿਉਂਕਿ ਨਾਮ ਨੇ ਸਾਰੇ ਸੰਸਾਰ ਦੀ ਰਚਨਾ ਪੈਦਾ ਕੀਤੀ ਹੈ। ਉਹਦੇ ਆਧਾਰ ਤੇ ਸਾਡੇ ਖੰਡ ਬ੍ਰਹਮੰਡ ਚੱਲਦੇ ਹੈ। ਤੋ ਨਾਮ ਨੂੰ ਛੱਡ ਕੇ ਅਸੀਂ ਨਾਮ ਵਸਾਰ ਚੱਲੇ ਅਨਮਾਰਗ ਅੰਤ ਕਾਲ ਪਛਤਾਈ ਹੈ। ਗੁਰੂ ਨਾਨਕ ਕਹਿੰਦੇ ਵੀ ਨਾਮ ਨੂੰ ਛੱਡ ਕੇ ਕਿਸੇ ਰਸਤੇ ਤੇ ਚੱਲੋ, ਤੁਹਾਨੂੰ ਪਛਤਾਉਣਾ ਪਏਗਾ। ਦੂਜੇ ਸੰਤਾਂ ਦੀ ਮਹਿਮਾ, ਸਤਿਗੁਰਾਂ ਦੀ ਮਹਿਮਾ ਹੈ ਕਿ ਉਹਨਾਂ ਤੋਂ ਬਗੈਰ ਨਾਮ ਨਹੀਂ ਮਿਲਦਾਗਾ, ਕਿਉਂਕਿ ਪ੍ਰਮਾਤਮਾ ਨੇ ਉਹਨਾਂ ਨੂੰ ਭੰਡਾਰੀ ਬਣਾ ਕੇ ਸੰਸਾਰ ਵਿੱਚ ਭੇਜਿਆ ਹੈ। ਜਿਵੇਂ ਪ੍ਰਮਾਤਮਾ ਹਰ ਇੱਕ ਨੂੰ ਰੋਸ਼ਨੀ ਮੁਫਤ ਦਿੰਦਾ ਹੈ, ਹਵਾ ਮੁਫਤ ਦਿੰਦਾ ਹੈ, ਸੰਤ ਮਹਾਤਮਾ ਵੀ ਆਪਣੀ ਤਾਲੀਮ ਦੀ ਕੋਈ ਫੀਸ ਨਹੀਂ ਕਿਸੇ ਤੋਂ ਲੈਂਦੇਗੇ, ਉਹ ਮੁਫਤ ਦੇ ਸੇਵਾਦਾਰ ਹੁੰਦੇ ਹੈ। ਸੋ ਇਸ ਵਾਸਤੇ ਆਪ ਪਿਆਰ ਨਾਲ ਕਹਿੰਦੇ ਹੈ ਕਿ ਸਤਸੰਗ ਦੀ ਮਹਿਮਾ ਹੈ। ਸਤਸੰਗ ਮਹਾਤਮਾ ਉਸ ਨੂੰ ਕਹਿੰਦੇ ਹੈ ਜਿੱਥੇ ਸਿਰਫ ਇੱਕ ਨਾਮ ਦੀ ਮਹਿਮਾ ਹੈ, ਜਿੱਥੇ ਗੁਜਰੇ ਹੋਏ ਰਾਜੇ ਮਹਾਰਾਜਿਆਂ ਦੀਆਂ ਕਥਾ ਕਹਾਣੀਆਂ ਘੜੀਆਂ ਜਾਂਦੀਆਂ ਹਨ, ਪਾਈਆਂ ਜਾਂਦੀਆਂ ਹਨ, ਉਹਨੂੰ ਮਹਾਤਮਾ ਸਤਸੰਗ ਨਹੀਂ ਕਹਿੰਦੇ ਗਏ। ਇਸ ਵਾਸਤੇ ਸਤਸੰਗ ਦੇ ਅੰਦਰ ਤਾਂ ਨਾ ਤਾਂ ਕਿਸੇ ਦੀ ਨਿੰਦਿਆ ਹੀ ਕੀਤੀ ਜਾਂਦੀ ਹੈ, ਨਾ ਸਾਨੂੰ ਸਿਖਾਇਆ ਹੀ ਜਾਂਦਾ ਹੈ। ਹਾਂ, ਇਤਨਾ ਜ਼ਰੂਰ ਹੈ ਕਿ ਜਦੋਂ ਸੰਤ 100 ਰੁਪਏ ਨੂੰ 100 ਪੈਸੇ ਦਾ ਦੱਸਦੇ ਹੈ ਤਾਂ ਉਸ ਵੇਲੇ ਸਾਨੂੰ ਥੋੜਾ ਬਹੁਤਾ ਜਿਹੜੇ ਅਸੀਂ ਛੋਟੀ ਗਿਣਤੀ ਵਾਲੇ ਹਾਂ ਉਹਨਾਂ ਨੂੰ ਜ਼ਰੂਰ ਹੁੰਦਾ ਹੈ। ਸਵਾਮੀ ਜੀ ਮਹਾਰਾਜ ਨੇ ਕਿ ਪੰਡਤ ਭੇਖ ਪੇਟ ਕੇ ਮਾਰੇ ਵੇ ਸੰਤਨ ਪਰ ਕਰਦੇ ਤਾਨ।
तो हित कर संत उन्हें समझावे, वे मानी नहीं माने आन। ये पंडित होए, भाई होए, पुजारी होए, पादरी होए, ये सारे एक श्रेणी च आ जाते हैं। तो संत उन्होंने भी प्यार नाल समझाउंदे कि जिस तुसी धर्म ग्रंथ नूं रोज पढ़ते हो, जिस महात्मा दे तुसी पैरोकार कहोने हो, ओदी बाणी नूं विचार के पढ़ो। ओदे विच एक रीति रिवाज नूं कोई जगह नहीं गी। गुरु अर्जन देव जी महाराज कहते कर्म धर्म पाखंड जो दिसै तिस जम जो गुआती लूटै। सो इस वास्ते उन्होंने सत्संग की महिमा गाई है। सत्संग महात्मा सानू प्यार नाल दसदे है कि उहदे विच किसी दी निंदिया नहीं कीती जांदी गी, किसी नूं निंदिया सिखाई नहीं जांदी गी। सिर्फ साडे अंदर नाम जपण दा शौक, बिरे, तड़प पैदा कीती जांदी है, या उस जगह दा जिथों कि साडी आत्मा शुरू विच आई है, उत्थों दा साडे अंदर विराग पैदा किया जाता है। सो अज तक जिसनों भी कोई सोझी मिली है, सत्संग दे विचों मिली है। संतां दे संगत दे विच आके बड़े बड़े शराबी शराब छड्ड जांदे हैं, और बड़े बड़े लोग बुराई छड्ड के भले मानस आदमी बन जाते हैं। सो इस वास्ते आप प्यार ना कहते हैं कि भाई सत्संगत की ओर न झाके भगत। हाँ, असी की करते हैं, सत्संग की तरफ साडा ध्यान नहीं गा, और रीति रिवाज करने असी तुरे फिरते हैं जी। सत संगत की और न चाके, भगत करत संकुचावे। चरण दास सुख देव कहत हैं, क्यों न नरक को जावे। चरणदास जी अपने गुरु सुखदेव की महिमा गाउंदे है कि उन्होंने कहा है कि जे नाम की कमाई ना करांगे, जिस भी रस्ते ते असीं चलांगे, असीं नरकां तो कदे बच नहीं सकदेगे। महात्मा जिलन जट नशहरे विच होया, बड़ा कमाई वाला सीगा। वो मजदूरी करके अपने गुजर करते हुंदे सी और साध संगत की सेवा करते सीगे। वो कहंदे हुंदे सीगे कि बई जे को वो जिथे जाके वो नौकरी करते हुंदे सीगे, मजदूरी करते हुंदे सीगे, ओदा जिहड़ा मनीम सी उस नवाब दा वो बड़ा अच्छा सीगा। जलन जट ने जाके उत्थे बैठ जाना, जो शाम नूं मजदूरी मिलनी, पहला जो कहना काम वो करना, उन्हें चुप करके बैठा रहना। मगरों उसने उसनूं कहना कि भाई आओ जी तुसी भी आपकी मजदूरी ले लो। कुछ टाइम ते बाद वो मनीम जिहड़ा सी उहदा अंत समा आया। हुण जलन नूं तां पता सीगा भी इस नूं नहीं पतागा भी ये कौन है, फिर भी दया हुंदी है संतां दे दिल दे विच भी सानू जी कह के बुलाउंदा सीगा। तो जलन ने अपना संदेश वो जिहड़े जम उस मनीम नूं लैण आए सीगे उन्हां नूं कहण लग्या भी धर्मराज नूं तुसीं कह दिओ भी इहदा हिसाब साफ कर देवे, क्योंकि सानू जी कहंदा सीगा। गुरु नानक ने भी कहा जे कोई जी कहे उनको तो जम की तलब ना होई। गुरु नानक कहते साध की दर्शन होत निहाल। आप कहते कुछ घालना नहीं घालनी, तो दर्शना दे नाल की है, संतां दी कमाई नाल ही असी जी पार हो जाने हैं। गुरु रामदास जी महाराज ने कहा अपनी बाणी विच, जिस तरह काठ जिहड़ा है वो लखां मन लोहे नूं तार लैंदा है, जे आपां ਉਹ पानी दे विच सूई भी सिट गए ते वो भी तर नहीं सकदी गी। इसे तरह असी भी वो लोहे की तरह जीव महात्मा की संगत और सोबत दे विच जाके असी भी तर जाने हैं। सो सानू भी चाहिए है, चरणदास जी महात्मा ने मेरा जो इस संग अज कीता किसी की निंदिया करन दा भाव नहीं गा, ना संतां दा मतबली हुंदा है, क्योंकि ज़्यादातर मेरे कोले अज बहुत सारे कई मर्द भी गए, ज्यादा बीबियां गईयां,
बीमारी है तो संत कहते हैं भी किसी डॉक्टर दे जाओ। वो कहेंगे नहीं डॉक्टर दे तो गए हैं असी, मेरे पीड़ा निकलती है, दसो भी कमजोरी है तो हुण कोई दवाई ले लो। कोई कहते साडा दुध फट गया है। हुण इत्थे मैं भी गाइयां रखदा है काफी सारियां, तुसीं पुछ लो जिहड़े साडे गाइयां दी परवरिश करदे है, उन्हां नूं कदे कदे थणा दे विच खून आउण लग जांदा है। हुण जे साडे घरां विच इह होवे तो असीं तां कहांगे जी वह भूत ने लियाता, देवता गुस्से हो गया, लियाओ पुछ लियाओ। हुण पुछ वाला की करेगा बई? ਇਹ ਜ਼ਹਿਰਵਾਦੀ ਬਿਮਾਰੀ ਹੁੰਦੀ ਹੈ। ਉਸ ਨੂੰ ਕਾਲੀ ਮਿਰਚ ਹੈ, ਉਸ ਨੂੰ ਤੁਸੀਂ ਥੋੜਾ ਬਹੁਤਾ ਘੀ ਪਾ ਕੇ ਦੇ ਦਿਓ, ਫੌਰਨ ਹਟ ਜਾਏਗਾ। ਇਹ ਨਹੀਂ ਕਰਨਾ ਲਵੇਰਾ ਖਰਾਬ ਕਰ ਲੈਣਾ ਹੈ ਕਿ ਆਪਣਾ ਵਹਿਮ ਨਹੀਂ ਛੱਡਣਾ। ਸੋ ਪਿਆਰੇ ਬੱਚਿਓ, ਮੈਂ ਕਿਸੇ ਦੀ ਨਿੰਦਿਆ ਨਹੀਂ ਕਰਦਾਗਾ, ਸਿਰਫ ਮੇਰਾ ਇੰਨਾ ਹੀ ਹੈ ਮਤਲਬ ਇਸ ਸਤਸੰਗ ਲੈਣ ਦਾ ਬਈ ਅਸੀਂ ਵਹਿਮ ਨੂੰ ਛੱਡ ਦਈਏ। ਕੋਈ ਬਿਮਾਰ ਹੈ ਉਸ ਨੂੰ ਦਵਾਈ ਦਿਓ, ਦੇਖਭਾਲ ਕਰੋ। ਤੋ ਜਿਹੜੇ ਆਪ ਅਸੀਂ ਘੜ ਕੇ ਦੇਵਤੇ ਬਣਾਉਨੇ ਹੈ, ਉਹ ਸਾਨੂੰ ਮੁਰਾਦ ਕਦੇ ਵੀ ਪੂਰੀ ਨਹੀਂ ਦੇ ਸਕਦੇਗੇ। ਗੁਰੂ ਅਰਜਨ ਦੇਵ ਨੇ ਕਿਹਾ ਸੀਗਾ कि वे जो पत्थर की पाई पाए ताकि काल अजाई जाए, ठाकर हमरा सद बोलंता सर्व जियां को प्रभ दान देता। वो कहता भी महाराज सावण सिंह भी कहते हुंदे सीगे भी ये सारिਆਂ ਨੂੰ ने किश्त भगती है, नास होने वाली है। ठाकर बोलण वाले ਨੂੰ पूजो, वो ਤੁਹਾਡੇ अंदर बोलता है, ਉਹਦੀ आवाज तो सुनो, वो 24 घंटे बोलता है। सुती पई न भाग सब सुने न बांगा कोई, ਅਸੀਂ ਸੁੱਤੇ ਹਾਂ ਮੋਹ ਦੀ ਮਿੱਠੀ ਨੀਂਦ। ਉਹ ਆਵਾਜ਼ ਪਰਮਾਤਮਾ ਸਾਡੇ ਅੰਦਰ ਦੇ ਰਿਹਾ ਹੈ, ਅਸੀਂ ਆਪਣੀਆਂ ਸੁਣਾਉਣ ਲੱਗੇ ਪਏ ਹਾਂ। ਸੋ ਮਹਾਤਮਾ ਚਰਨਦਾਸ ਨੇ ਆਖਰ ਤੇ ਆ ਕੇ ਕੀ ਦੱਸਿਆ ਬਈ ਸਾਨੂੰ ਸਤਸੰਗ ਦੇ ਵਿੱਚ ਜਾਣਾ ਚਾਹੀਦਾ ਹੈ, ਨਾਮ ਦੀ ਕਮਾਈ ਕਰਨੀ ਚਾਹੀਦੀ ਹੈ, ਇਸ ਜੀਵਨ ਦੀ ਕਦਰ ਕਰਨੀ ਚਾਹੀਦੀ ਹੈ। ਇਨਸਾਨ ਦਾ ਜਾਮਾ ਬੜਾ ਉੱਤਮ ਹੈ, ਇੱਕ ਵਾਰੀ ਹੱਥ ਚੋਂ ਨਿਕਲ ਗਿਆ ਵਾਰ-ਵਾਰ ਨਹੀਂ ਆਏਗਾ। ਸੋ ਮਹਾਤਮਾ ਦੇ ਸਤਸੰਗ ਨੂੰ ਗੌਰ ਦੇ ਨਾਲ ਸਮਝਣਾ ਹੈ, ਆਪਣੇ ਜੀਵਨ ਨੂੰ ਸਫਲ ਬਣਾਉਣਾ ਹੈ। ਸਤ ਸੰਗਤ ਕੀ ਔਰ ਨ ਚਾਕੇ, ਭਗਤ ਕਰਤ ਸੰਕੁਚਾਵੇ, चरण दास सुख देव कहत हैं, क्यों न नरक को जावे।